ਸਤਿ ਸ਼੍ਰੀ ਅਕਾਲ। ਸਟਾਰ ਕੈਨੇਡਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਚੰਨਪ੍ਰੀਤ ਕੌਰ। ਅੱਜ ਦੇ ਮੁੱਦੇ ਦੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਹੈ। ਗੱਲ ਕਰਾਂਗੇ ਮਨੀपुर ਹਿੰਸਾ ਅਤੇ ਹਰਿਆਣਾ 'ਚ ਹੋਈ ਹਿੰਸਾ ਦੇ ਬਾਰੇ। ਅੱਲਾ ਵਾलो राम वालो अपने मजहब को सियासत से बचा लो। ਇਹ ਉਹ ਸਤਰਾਂ ਨੇ ਜਿਹੜੀਆਂ ਸਾਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਸੁਨੇਹਾ ਦਿੰਦੀਆਂ ਨੇ ਕਿ ਸਿਆਸਤ ਵਾਲੇ ਲੋਕਾਂ ਤੋਂ ਬਚ ਕੇ ਰਹੋ। ਆਪਣਾ ਆਪਸੀ ਭਾਈਚਾਰਾ, ਆਪਣਾ ਆਪਸੀ ਪ੍ਰੇਮ ਪਿਆਰ, ਆਪਣਾ ਇਤਫਾਕ ਬਣਾ ਕੇ ਰੱਖੋ। ਪਰ ਇਨੀ ਦਿਨੀ ਮਨੀपुर ਅਤੇ ਹੁਣ ਹਰਿਆਣਾ ਦੇ ਮੇਵਾਤ ਦਾ ਇਲਾਕਾ ਨਫ਼ਰਤੀ ਹਿੰਸਾ ਦੀ ਅੱਗ ਦੇ ਵਿੱਚ ਸੁਲਗ ਰਿਹਾ ਹੈ। ਮਨੀपुर ਵਿੱਚ ਦੋ ਔਰਤਾਂ ਨੂੰ ਬੇਪਤ ਕਰਕੇ ਜਿਵੇਂ ਨਗਨ ਅਵਸਥਾ ਦੇ ਵਿੱਚ ਸੜਕਾਂ ਤੇ ਘੁਮਾਇਆ ਗਿਆ ਅਤੇ ਅੱਗੋਂ ਸੁਪਰੀਮ ਕੋਰਟ ਨੇ ਜੋ ਟਿੱਪਣੀਆਂ ਕੀਤੀਆਂ ਨੇ ਉਸਨੇ ਸਾਡੀਆਂ ਸਰਕਾਰਾਂ ਅਤੇ ਸਾਡੇ ਸਿਸਟਮ ਤੇ ਸਾਨੂੰ ਸਾਰਿਆਂ ਨੂੰ ਉਹ ਸ਼ੀਸ਼ਾ ਦਿਖਾਇਆ ਹੈ ਜੋ ਅਸੀਂ ਸ਼ਾਇਦ ਚਾਹ ਕੇ ਵੀ ਦੇਖਣਾ ਨਹੀਂ ਚਾਹੁੰਦੇ। ਇਸੇ ਤਰ੍ਹਾਂ ਹਰਿਆਣਾ ਦੇ ਮੇਵਾਤ ਇਲਾਕੇ ਦੇ ਨੂੰਹ ਦੇ ਵਿੱਚ ਜੋ ਫਿਰਕੂ ਹਿੰਸਾ ਹੋਈ, ਨੂੰਹ ਦਾ ਸੇਕ ਗੁਰੂਗ੍ਰਾਮ ਤੱਕ ਪੁੱਜ ਗਿਆ। ਸੈਕਟਰ 57 ਦੇ ਵਿੱਚ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ। ਭੀੜ ਨੇ ਗੋਲੀ ਚਲਾ ਕੇ 26 ਸਾਲਾ ਨੌਜਵਾਨ ਦੀ ਵੀ ਹੱਤਿਆ ਕਰ ਦਿੱਤੀ ਹੈ। ਪੁਲਿਸ ਅਨੁਸਾਰ ਭੀੜ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ 2 ਵਿਅਕਤੀ ਜ਼ਖਮੀ ਹੋ ਗਏ ਅਤੇ ਉਹਨਾਂ ਦੇ ਵਿੱਚੋਂ ਇੱਕ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਹੈ। ਮੰਦਰਾਂ ਦੀ ਭੰਨਤੋੜ ਹੋਈ, ਉਸਦੇ ਪਿੱਛੇ ਕੋਈ ਸਾਜ਼ਿਸ਼ ਹੈ ਜਾਂ ਫਿਰ ਕੋਈ ਸਿਆਸਤ ਹੈ? ਕਿਉਂ ਹੋਇਆ ਇਹ ਸਭ ਕੁਝ? ਕਿੱਥੇ ਸਨ ਸਰਕਾਰਾਂ ਦੀਆਂ ਖੁਫੀਆ ਏਜੰਸੀਆਂ? ਇਹ ਸਭ ਆਖਿਰ ਹੋ ਕੀ ਰਿਹਾ ਹੈ? ਇਹਨਾਂ ਸਾਰੀਆਂ ਗੱਲਾਂ ਤੇ ਵਿਸਥਾਰ ਨਾਲ ਚਰਚਾ ਕਰਨ ਲਈ ਕਈ ਵੱਡੇ ਮੀਡੀਆ ਅਦਾਰਿਆਂ ਤੇ ਬਤੌਰ ਸੰਪਾਦਕ ਆਪਣੀਆਂ ਸੇਵਾਵਾਂ ਦਿੰਦੇ ਸੀਨੀਅਰ ਪੱਤਰਕਾਰ ਰਾਕੇਸ਼ ਆਂਦੀ ਦੂਜੀ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜੇ ਨੇ। ਸਰ ਸਵਾਗਤ ਹੈ ਜੀ ਤੁਹਾਡਾ ਸਟਾਰ ਕੈਨੇਡਾ ਟੀਵੀ ਦੇ ਉੱਤੇ। ਮੁੱਦੇ ਦੀ ਗੱਲ ਦੇ ਉੱਤੇ ਸਰ ਅੱਜ ਗੱਲ ਕਰਾਂਗੇ ਮਨੀपुर ਹਿੰਸਾ ਦੇ ਵਿੱਚ। ਜੋ ਮਨੀपुर ਦੇ ਵਿੱਚ ਹਿੰਸਾ ਹੋਈ ਹੈ ਉਸਦਾ ਕੀ ਕਾਰਨ ਹੈ? ਥੋੜੇ ਜਿਹੇ ਲਫ਼ਜ਼ਾਂ ਦੇ ਵਿੱਚ ਪਲੀਜ਼ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ ਚੰਨਪ੍ਰੀਤ, ਤੁਸੀਂ ਆਪਣੀ ਜਿਹੜੀ ਓਪਨਿੰਗ ਗੱਲਬਾਤ ਕੀਤੀ ਉਹਦੇ 'ਚ ਤੁਸੀਂ ਕਾਫੀ ਕੁਝ ਦੱਸਿਆ ਜੀ ਸਰ ਕਿ ਉੱਥੇ ਦੋ ਜਿਹੜੀਆਂ ਇੱਕ ਸਮੁਦਾਇ ਦੀਆਂ ਜਿਹੜੀਆਂ 2 ਬੀਬੀਆਂ ਸੀ ਜੀ ਜੀ ਉਹਨਾਂ ਨੂੰ ਬੇਪਤ ਕੀਤਾ ਗਿਆ ਜੀ, ਉਹਨਾਂ ਨੂੰ ਸਰੇਆਮ ਬਾਜ਼ਾਰ 'ਚ ਘੁਮਾਇਆ ਗਿਆ। ਰਾਈਟ। ਔਰ ਇਹ ਘਟਨਾ ਜਦੋਂ ਵਾਪਰੀ ਹੈ ਜੀ ਉਦੋਂ ਇਮੀਡੀਏਟ ਉੱਥੇ ਕਿਸੇ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜਿਹੜੀ ਜ਼ਿੰਮੇਵਾਰ ਉੱਥੇ ਦੀਆਂ ਸਰਕਾਰੀ ਤਾਕਤਾਂ ਹੁੰਦੀਆਂ ਨੇ ਜੀ ਜਾਂ ਸਰਕਾਰ ਹੁੰਦੀ ਹੈ ਜੀ ਸਰ, ਉਹਨੇ ਕੋਈ ਪਹਿਲ ਨਹੀਂ ਕੀਤੀ। ਔਰ ਬਹੁਤ ਦੇਰ ਬਾਅਦ ਜਦੋਂ ਇਸ ਸਾਰੇ ਇਨਸੀਡੈਂਟ ਦੀ ਜਿਹੜੀ ਵੀਡੀਓ ਬਾਹਰ ਆਈ, ਵੀਡੀਓ ਵਾਇਰਲ ਹੋਈ ਜੀ, ਉਦੋਂ ਇਸ ਘਟਨਾ ਨੂੰ ਲੈ ਕੇ ਫਿਰ ਜਿਹੜਾ ਉੱਥੇ ਜਿਹੜੀ ਹਿੰਸਾ ਦੀਆਂ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋਈਆਂ। ਰਾਈਟ ਸਰ। ਔਰ ਅੱਜ ਤੱਕ ਜਿਹੜਾ ਲਗਭਗ ਇਹ ਚੱਲ ਰਿਹਾ ਹੈ ਜੀ, ਹਾਲੇ ਟੋਟਲ ਕੰਟਰੋਲ 'ਚ ਨਹੀਂ ਹੈਗਾ ਜੀ। ਤਾਂ ਉਹ ਬੇਸਿਕਲੀ ਕੀ ਹੈ ਕਿ ਉੱਥੇ ਇਹਨੂੰ ਇੱਕ ਪਾਸੇ ਤਾਂ ਇਹ ਔਰਤਾਂ ਦੀ ਜਿਹੜੀ ਬੇਪਤੀ ਹੈ ਸਾਡੇ ਮੁਲਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਅਸੀਂ ਉਹਨੂੰ ਮਾਂ ਨੂੰ ਪੂਜਦੇ ਹਾਂ, ਕਈ ਰੂਪਾਂ 'ਚ ਪੂਜਦੇ ਹਾਂ, ਦੇਵੀ ਦੁਰਗਾ ਦੇ ਰੂਪ 'ਚ ਪੂਜਦੇ ਹਾਂ। ਬਿਲਕੁਲ ਸਰ। ਬਹੁਤ ਸਾਰੀਆਂ ਐਸੀਆਂ ਵਿਰੰਗਨਾ ਔਰਤਾਂ ਹੋਈਆਂ ਨੇ ਸਾਡੇ ਮੁਲਕ ਦੀਆਂ ਜਿਨ੍ਹਾਂ ਨੇ ਸਾਨੂੰ ਆਜ਼ਾਦੀ 'ਚ ਵੀ ਸਾਡਾ ਬੜਾ ਵੱਡਾ ਰੋਲ ਕੀਤਾ। ਬਿਲਕੁਲ ਸਰ। ਤਾਂ ਉਹਦੇ ਬਾਵਜੂਦ ਜਦੋਂ ਇਹ ਏਡੀ ਵੱਡੀ ਘਟਨਾ ਵਾਪਰਦੀ ਹੈ, ਬੇਪਤੀ ਦੀ ਹੁੰਦੀ ਹੈ, ਤਾਂ ਸਾਨੂੰ ਸਾਰੇ ਇਸ ਦੁਨੀਆ ਦੇ ਸਭ ਤੋਂ ਵੱਡੀ ਜਿਹੜੀ ਡੈਮੋਕ੍ਰੇਸੀ ਹੈ, ਜਿਹੜਾ ਸਾਡਾ ਲੋਕਤੰਤਰ ਹੈ ਜੀ, ਉਹਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਤੇ ਹੈਗੀ ਹੈ। ਬਿਲਕੁਲ ਸਰ। ਸੋ ਇਹ ਜਿਹੜੀ ਗੱਲਬਾਤ ਜਿਹੜੀ ਤੁਸੀਂ ਪੁੱਛਿਆ ਵੀ ਇਹਦੀ ਵਜ੍ਹਾ ਕੀ ਹੈ, ਇਹਦੀ ਫਿਲਹਾਲ ਤਾਂ ਕਈ ਗੱਲ ਇਹਨੂੰ ਲੈ ਕਈ ਪਹਿਲੂ ਨੇ ਇਸ ਗੱਲਾਂ ਦੇ ਜਿਹੜੇ ਜੀ ਆਮ ਤੌਰ ਤੇ ਉੱਥੇ ਇਹ ਜਿਹੜੀ ਚਰਚਾ 'ਚ ਸਾਹਮਣੇ ਆਈ ਹੈ ਗੱਲ ਵੀ ਉੱਥੇ 2 ਕਮਿਊਨਿਟੀਜ਼ ਨੇ ਜਿਹੜੀਆਂ ਇਹਨਾਂ ਨੂੰ ਲੈ ਕੇ ਹਿੰਸਾ 'ਚ ਨੇ। ਕਿਉਂਕਿ ਇੱਕ ਜਿਹੜੀ ਹੈ ਉੱਥੇ ਕੁਕੀ ਕਮਿਊਨਿਟੀ ਹੈ ਜੀ ਸਰ, ਔਰ ਇੱਕ ਕਮਿਊਨਿਟੀ ਹੈ ਜਿਹਨੂੰ ਮੈਤਾਈ ਕਮਿਊਨਿਟੀ ਕਹਿੰਦੇ ਆ ਜੀ। ਔਰ ਇਹਨੂੰ ਜਦੋਂ ਹਿਸਟੋਰਿਕ ਪਹਿਲੂ ਤੋਂ ਲੈ ਕੇ ਆਉਂਦੇ ਆ ਤਾਂ ਜਿਹੜੀ ਵੱਡੀ ਕਮਿਊਨਿਟੀ ਹੈਗੀ ਹੈ ਉਹ ਹੈਗੀ ਹੈ ਆਪਣੀ ਮਤਈ ਕਮਿਊਨਿਟੀ ਹੈ ਜੀ। ਪਰ ਇਹ ਬਹੁਤ ਇਹਨਾਂ ਕੋਲ ਜਿਹੜੀ ਲੈਂਡ ਹੈ ਉਹ ਬਹੁਤ ਸੀਮਿਤ ਹੈ ਸਟੇਟ ਤੋਂ ਜੀ। ਔਰ ਜਿਹੜੀ ਕੁਕੀ ਕਮਿਊਨਿਟੀ ਹੈਗੀ ਹੈ, ਕੁਕੀ ਕਮਿਊਨਿਟੀ ਜਿਹੜੀ ਹੈ ਉਹ ਹਿਲੀ ਏਰੀਆ 'ਚ ਰਹਿੰਦੇ ਨੇ ਔਰ ਉਹਨਾਂ ਕੋਲ ਸਟੇਟ ਦਾ ਜਿਹੜਾ ਜਗ੍ਹਾ ਦਾ ਜਿਹੜੀ ਲੈਂਡ ਹੈ ਉੱਥੇ ਦੀ ਉਹਦਾ ਸਭ ਤੋਂ ਵੱਡਾ ਹਿੱਸਾ ਹੈ ਜੀ। ਔਰ ਆਮ ਗੱਲਾਂ ਦੇ ਵਿੱਚ ਜਿਹੜੀ ਸਰਕਾਰ ਦਾ ਪੱਖ ਆ ਰਿਹਾ ਜਾਂ ਦੂਸਰਾ ਆ ਰਿਹਾ ਉਹਦੇ ਵਿੱਚ ਇਹੀ ਦੱਸ ਰਿਹਾ ਹੈ ਕਿ ਇਹ 2 ਕਮਿਊਨਿਟੀਜ਼ ਦੇ ਵਿੱਚ ਜਿਹੜਾ ਝਗੜਾ, ਕਿਉਂਕਿ ਜਿਹੜੀਆਂ ਔਰਤਾਂ ਦੀ ਬੇਪਤੀ ਹੋਈ ਹੈ ਜੀ ਉਹ ਔਰਤਾਂ ਕੁਕੀ ਕਮਿਊਨਿਟੀਜ਼ ਨੇ ਜੀ। ਤਾਂ ਇਸ ਕਰਕੇ ਜਿਹੜੀ ਅੱਜ ਗੱਲ ਇੱਥੇ ਪਹੁੰਚੀ ਹੈ, ਪਰ ਇਹਦੇ ਨਾਲ ਹੋਰ ਵੀ ਬਹੁਤ ਸਾਰੇ ਪਹਿਲੂ ਜੁੜੇ ਹੈ ਜਿਹੜੇ ਡਿਸਕਸ ਕੀਤੇ ਜਾ ਸਕਦੇ ਨੇ ਜੀ। ਸਰ ਕਿਉਂ ਲੱਗਦਾ ਹੈ ਕਿ ਮਤਲਬ ਜਿਹੜੀਆਂ ਉੱਥੇ ਦੀਆਂ ਸਰਕਾਰਾਂ ਨੇ, ਜਿੱਦਾਂ ਤੁਸੀਂ ਕਹਿ ਕੇ ਹਟੇ ਕਿ ਬਹੁਤ ਟਾਈਮ ਪਹਿਲਾਂ ਇਹ ਹਿੰਸਾ ਹੋਈ ਹੈ ਨਾ, ਅਸੀਂ ਵੀ ਦੇਖਿਆ ਕਿ ਲਗਭਗ 2 ਮਹੀਨੇ ਪਹਿਲਾਂ ਦੀ ਉਹ ਵੀਡੀਓ ਸੀਗੀਆਂ ਹੈ ਨਾ, 2 ਮਹੀਨੇ ਬਾਅਦ ਜਦੋਂ ਵਾਇਰਲ ਹੁੰਦੀਆਂ ਤੇ ਫਿਰ ਉਹ ਮਸਲਾ ਕੇਂਦਰ ਤੱਕ ਭਖ ਜਾਂਦਾ ਹੈ ਨਾ। ਤਾਂ 2 ਮਹੀਨੇ ਉੱਥੇ ਦੀਆਂ ਸਰਕਾਰਾਂ ਨੂੰ ਕਿਉਂ ਨਹੀਂ ਪਤਾ ਲੱਗਿਆ ਕਿ ਦੇਖੋ ਇੱਕ ਔਰਤਾਂ ਦੀ ਬੇਪਤੀ ਹੋਣਾ, ਸ਼ਰੇਆਮ ਉਹਨਾਂ ਨੂੰ ਨਗਨ ਅਵਸਥਾ ਦੇ ਵਿੱਚ ਘੁਮਾਉਣਾ, ਇਹ ਬਹੁਤ ਵੱਡਾ ਸਵਾਲ ਹੈ। ਚੰਨਪ੍ਰੀਤ, ਇਹ ਜਦੋਂ ਤੁਸੀਂ ਆਪ ਵੀ ਕਿਹਾ ਕਿ ਇਹ ਬਹੁਤ ਵੱਡਾ ਸਵਾਲ ਹੈ, ਔਰ ਇਹ ਸਵਾਲ ਉਦੋਂ ਬਹੁਤ ਵੱਡਾ ਹੈ ਜਦੋਂ ਇੱਕ ਡੈਮੋਕ੍ਰੈਟਿਕ ਕੰਟਰੀ ਹੈ, ਜਿਹੜੀ ਕਨਸਟੀਟਿਊਸ਼ਨ ਦੇ ਤਹਿਤ ਜਿਹੜੀ ਕੰਟਰੀ ਇੱਕ ਚੱਲ ਰਹੀ ਹੈਗੀ ਜੀ। ਇਹਦੇ ਵਿੱਚ ਹੁਣ ਜਿਹੜੀ ਵੱਡੀ ਗੱਲ ਉੱਭਰ ਕੇ ਆਉਂਦੀ ਹੈ ਕਿ ਸਿਰਫ ਇਹ ਨਹੀਂ ਹੈ
ਜਦੋਂ ਇਹ ਸਾਰੀ ਚਰਚਾ ਅੱਗੇ ਵਧੀ ਹੈ, ਜਦੋਂ ਗੱਲਾਂ ਇਹ ਜਿਹੜੀ ਹਿੰਸਾ ਵਧੀ, ਫਿਰ ਹਿੰਸਾ 'ਚ ਬਿਆਨਬਾਜ਼ੀਆਂ ਜਿਹੜੀਆਂ ਸਾਹਮਣੇ ਆਈਆਂ, ਕੱਲੀ ਇਹ ਨਹੀਂ ਹੈ ਕਿ ਕੁਕੀ ਕਮਿਊਨਿਟੀਜ਼ ਦੀਆਂ 2 ਔਰਤਾਂ ਦੀ ਬੇਪਤੀ ਹੋਈ ਹੈ। ਉੱਥੇ ਬਹੁਤ ਸਾਰੇ ਪੁਲਿਸ ਆਫੀਸਰਸ ਨੇ ਇਹਨੂੰ ਔਨ ਰਿਕਾਰਡ ਕਿਹਾ ਬਈ ਇਹ ਹਿੰਸਾ ਦੇ ਦੌਰਾਨ ਦੀਆਂ ਐਸੀਆਂ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਨੇ, ਜਿਹੜੀਆਂ ਇਹ ਸਾਡੀ ਵੀਡੀਓ ਜਿਹੜੀਆਂ ਅਵੇਲੇਬਲ ਵੀਡੀਓਜ਼ ਨੇ ਉਹਨਾਂ ਦੇ ਆਧਾਰਿਤ ਸ਼ਿਕਾਇਤਾਂ ਨੇ ਤੇ ਇਹਦੇ ਤੋਂ ਵੀ ਵੱਡੀਆਂ ਘਟਨਾਵਾਂ ਹੈਗੀਆਂ ਨੇ, ਉਹਦੇ ਵੀ ਕਹਿ ਰਹੇ ਨੇ। ਪਰ ਇਹਦੇ ਨਾਲ ਇੱਕ ਹੋਰ ਗੱਲ ਹੈ ਕਿ ਜਦੋਂ 2 ਕਮਿਊਨਿਟੀਜ਼ ਦੇ ਕਲੈਸ਼ ਦੀ ਗੱਲ ਕਰਦੇ ਆ ਤੇ ਗੱਲ ਉੱਪਰ ਕਿ ਉੱਥੋਂ ਇਹ ਵੀ ਆ ਰਹੀ ਹੈ ਵੀ ਇਹ ਤੋਂ ਪਹਿਲਾਂ ਜਿਹੜੀਆਂ ਮਤਈ ਕਮਿਊਨਿਟੀ ਦੀਆਂ ਔਰਤਾਂ ਨਾਲ ਵੀ ਹੋਇਆ ਸੀ, ਇਸ ਕਿਸਮ ਦੀ ਬੇਪਤੀ ਦੀਆਂ ਘਟਨਾਵਾਂ ਹੋਈਆਂ ਸੀ ਪਰ ਉਹ ਸਾਹਮਣੇ ਨਹੀਂ ਆਈਆਂ। ਤਾਂ ਉਹ ਇਹ ਸਵਾਲ ਹੋਰ ਵੱਡਾ ਪੈਦਾ ਹੁੰਦਾ ਹੈ ਕਿ ਜਿਸ ਵੇਲੇ ਚਾਹੇ ਉਹ ਕੁਕੀ ਕਮਿਊਨਿਟੀਜ਼ ਦੇ ਨੇ, ਚਾਹੇ ਉਹ ਨੇ ਦੂਸਰੀ ਕਮਿਊਨਿਟੀ ਦੀਆਂ, ਅਗਰ ਉਹਨਾਂ ਦੀਆਂ ਔਰਤਾਂ ਨਾਲ ਹੋਈ ਸੀ ਉਦੋਂ ਵੀ ਸਰਕਾਰ ਨੇ ਉੱਥੇ ਆਪਣੀ ਭੂਮਿਕਾ ਅਦਾ ਨਹੀਂ ਕੀਤੀ, ਜਾਂ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਜਿਹੜੀਆਂ ਸਰਕਾਰੀ ਜਿਹੜੀ ਡਿਊਟੀਜ਼ ਨੇ ਉਹਨਾਂ ਨੇ ਨਹੀਂ ਕੀਤੀਆਂ। ਹੁਣ ਕੁੱਕੀ ਵਾਰੀ ਵੀ ਇਹ ਹੋਈ ਔਰ ਅਲਟੀਮੇਟਲੀ ਕੀ ਹੈ ਕਿ ਇਹਦਾ ਜਿਹੜਾ ਖਮਿਆਜ਼ਾ ਹੈ ਉਹ ਮੁਲਕ ਭੁਗਤ ਰਿਹਾ। ਬਿਲਕੁਲ ਤੁਸੀਂ ਦੇਖੋ ਕਿ ਇਸ ਘਟਨਾ ਨੇ ਦੁਨੀਆ ਦੇ ਵਿੱਚ ਸਾਡੇ ਮੁਲਕ ਨੂੰ ਸ਼ਰਮਸਾਰ ਕੀਤਾ ਔਰ ਤੁਸੀਂ ਯੂਰੋਪੀਅਨ ਯੂਨੀਅਨ ਨੇ ਤੇ ਆਪਣੀ ਪਾਰਲੀਮੈਂਟ 'ਚ ਕਹਿ ਦਿੱਤਾ ਵੀ ਉਹ ਇਸ ਮਣੀਪੁਰ ਨੂੰ ਲੈ ਕੇ ਰੈਜ਼ੋਲੂਸ਼ਨ ਪਾਸ ਕਰ ਦਿੱਤਾ ਵੀ ਉੱਥੇ ਜ਼ਿਆਦਤੀ ਹੋ ਰਹੀ ਹੈ ਲੋਕਾਂ ਦੇ ਨਾਲ। ਇਹਦੀ ਵਜ੍ਹਾ ਇਹ ਹੈ ਕਿ ਇਹਦੀ ਜਿਹੜੀ ਮੈਂ ਥੋੜੀ ਹਿਸਟੋਰੀਕਲ ਬੈਕਗਰਾਉਂਡ 'ਚ ਜਾਣਾ ਚਾਹੂੰਗਾ ਕਿ ਜਿਸ ਵੇਲੇ ਜਿਹੜੀ ਕੁਕੀ ਔਰ ਜਿਹੜੀਆਂ ਦੋਨੋਂ ਕਮਿਊਨਿਟੀਜ਼ ਨੇ, ਤੁਹਾਡੀਆਂ ਮੈਤਾਈ ਕਮਿਊਨਿਟੀ ਹੈ, ਇਹ ਬੇਸਿਕਲੀ ਟਰਾਈਬਲ ਕਮਿਊਨਿਟੀ ਸੀ ਤੇ ਮਨੀਪੁਰ ਦੇ ਜਿਹੜੀ ਇਤਿਹਾਸ ਹੈ ਜਾਂ ਇਹਨੂੰ ਸੰਸਕ੍ਰਿਤੀ ਨਾਲ ਜੋੜ ਕੇ ਦੇਖਦੇ ਹਾਂ ਤੇ ਜਿਹੜੇ ਇਹ ਆਦੀਵਾਸੀ ਲੋਕ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਇਹ ਮਤਈਸ ਜਿਹੜੇ ਸੀ ਇਹ ਬਹੁਤ ਵੱਡੀ ਸੰਖਿਆ ਦੇ ਵਿੱਚ ਜਿਹੜੇ ਹੈ ਉਹ ਹਿੰਦੂਸ ਕਨਵਰਟ ਹੋ ਗਏ ਸੀ। ਤੇ ਇਸੇ ਤਰ੍ਹਾਂ ਜਿਹੜੇ ਕੁਕੀਜ਼ ਆ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਈਸਾਈ ਕਨਵਰਟ ਹੋ ਗਏ ਸੀ, ਕਿਉਂਕਿ ਉਹਨਾਂ ਦਾ ਉਸ ਵੇਲੇ ਆਦੀਵਾਸੀਆਂ ਦਾ ਐਸ ਸੱਚ ਜਿਹੜਾ ਜਿਹਨੂੰ ਮਤਲਬ ਜਿਸ ਸਾਡੇ ਅੰਗਰੇਜ਼ੀ 'ਚ ਰਿਲੀਜਨ ਕਹਿੰਦੇ ਆ ਤੇ ਵੈਸੇ ਧਰਮ ਸ਼ਬਦ ਇਸਤੇਮਾਲ ਕਰ ਰਿਹਾ, ਹਾਲਾਂਕਿ ਧਰਮ ਸ਼ਬਦ ਦੀ ਇੱਕ ਅਲੱਗ ਪਰਿਭਾਸ਼ਾ, ਉਹਦੀ ਇੱਕ ਅਲੱਗ ਚਰਚਾ ਦਾ ਵਿਸ਼ੇ ਹੈ। ਬਟ ਉਹ ਅਗਰ ਰਿਲੀਜਨ ਦੇ ਅੰਦਾਜ਼ੇ ਨਾਲ ਆਈਏ ਤਾਂ ਉਹਨਾਂ ਨੇ ਜਿਹੜਾ ਵੱਡੀ ਤਾਦਾਦ 'ਚ ਈਸਾਈ ਧਰਮ ਕਰ ਲਿਆ। ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂ 'ਚ ਕਿਹਾ ਕਿ ਉੱਥੇ ਲੈਂਡ ਜਿਹੜੀ ਹੈ ਉਹ ਕੁਕੀਜ਼ ਕੋਲ ਜ਼ਿਆਦਾ ਹੈ ਔਰ ਜਿਹੜੀ ਮਤਈਜ਼ ਕੋਲ ਲੈਂਡ ਘੱਟ ਹੈ। ਤਾਂ ਉਹ ਅੱਜ ਗੱਲ ਇਹਦੀ ਵਜ੍ਹਾ ਇਹ ਵੀ ਬਣ ਰਹੀ ਹੈ ਕਿ ਜਿਹੜੇ ਮਤਈਜ਼ ਇਹ ਕਹਿ ਰਹੇ ਨੇ ਕਿ ਸਾਨੂੰ ਦੁਬਾਰਾ ਤੋਂ ਜਿਹੜਾ ਹੈ ਸਾਨੂੰ ਟਰਾਈਬਲ ਦਾ ਜਿਹੜਾ ਹੈ ਉਹ ਸਟੇਟਸ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀ ਉਹ ਲੈਂਡ, ਕਿਉਂਕਿ ਕੁਕੀਜ਼ ਨੂੰ ਇਹ ਅਧਿਕਾਰ ਹੈ ਕਿ ਉੱਥੇ ਉਹਨਾਂ ਦੀ ਲੈਂਡ ਦੇ ਉੱਪਰ ਕੋਈ ਦੂਸਰੀ ਕਮਿਊਨਿਟੀ ਜਿਹੜੀ ਹੈ ਮਤਲਬ ਅਦਰ ਦੈਨ ਟਰਾਈਬਲਸ ਜਿਹੜੀ ਹੈਗੀ ਹੈ ਉਹ ਨਹੀਂ ਆ ਸਕਦੀ। ਤਾਂ ਇਸ ਕਰਕੇ ਮਤਈ ਕਹਿੰਦੇ ਨੇ ਕਿ ਸਾਡਾ ਟਰਾਈਬਲਸ ਦਾ ਜਿਹੜਾ ਸਟੇਟਸ ਹੈ ਦੁਬਾਰਾ ਬਹਾਲ ਕੀਤਾ ਜਾਵੇ ਤਾਂ ਕਿ ਅਸੀਂ ਉੱਥੇ ਖੇਤੀ ਵੀ ਕਰ ਸਕੀਏ। ਇਹੋ ਜਿਹੀਆਂ ਗੱਲਾਂ ਨੂੰ ਲੈ ਕੇ ਦੋਨਾਂ ਦੇ ਵਿੱਚ ਜਿਹੜਾ ਤਕਰਾਰ ਹੈ, ਜਿਹੜਾ ਟਕਰਾਵ ਹੈ, ਉਹ ਇਸ ਸਥਿਤੀ 'ਚ ਪਹੁੰਚਿਆ। ਔਰ ਵਜ੍ਹਾ ਤੁਸੀਂ ਆਪ ਵੀ ਡਿਸਕਸ ਕੀਤੀ ਹੈ ਕਿ ਵਜ੍ਹਾ ਤਾਂ ਇਹ ਹੈ ਕਿ ਜਦੋਂ ਜਿਨ੍ਹਾਂ ਦੀ ਡਿਊਟੀਜ਼ ਆ ਸਭ ਨੂੰ ਸਮਾਜ ਨੂੰ ਇਕੱਠਾ ਰੱਖਣਾ, ਲੋਕਾਂ ਨੂੰ ਮੇਲ ਜੋਲ 'ਚ ਰੱਖਣਾ, ਅਗਰ ਕੋਈ ਘਟਨਾਵਾਂ ਵਾਪਰਦੀਆਂ ਨੇ ਕਿਉਂਕਿ ਸਮਾਜ 'ਚ ਸਾਰੇ ਤਰ੍ਹਾਂ ਦੇ ਅਨਸਰ ਹੁੰਦੇ ਆ, ਉਹ ਅਨਸਰਾਂ ਦੇ ਉੱਤੇ ਇੰਨਾ ਡਰ ਪੈ ਹੋਵੇ ਜਿਹੜਾ ਲਾਅ ਐਂਡ ਆਰਡਰ ਦੀ ਜਿਹੜੀ ਅਥਾਰਟੀਜ਼ ਹੈ ਕਿ ਇਹੋ ਜਿਹੀਆਂ ਘਟਨਾਵਾਂ ਹੀ ਨਾ ਵਾਪਰਨ। ਬਿਲਕੁਲ ਸਰ, ਬਿਲकुल। इस मामले ਤੇ ਸੁਪਰੀਮ ਕੋਰਟ ਨੇ ਆਪ ਮੁਹਾਰੇ ਹੋ ਕੇ ਸਰ ਨੋਟਿਸ ਲਿਆ ਹੈ, ਨੋਟਿਸ ਲਿਆਉਂਦੇ ਹੋਏ ਦਖਲ ਦਿੱਤਾ ਹੈ। ਅਜਿਹਾ ਕਿਉਂ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਸ ਮਸਲੇ ਦੇ ਉੱਤੇ ਹੈ ਨਾ ਉਹ ਖੁਦ ਦਖਲ ਦੇਣਗੇ ਅਗਰ ਕੋਈ ਨਹੀਂ ਕਾਰਵਾਈ ਹੁੰਦੀ ਜਾਂ ਉਹ ਨਹੀਂ ਕੋਈ ਫੈਸਲਾ ਲੈ ਪਾਉਂਦੇ ਤਾਂ ਇਹ ਅਜਿਹਾ ਕਿਉਂ ਸੁਪਰੀਮ ਕੋਰਟ ਦਾ ਦਖਲ? ਇਹ ਗੱਲ ਉਸ ਸਵਾਲ ਤੋਂ ਵੀ ਵੱਡੀ ਹੈ ਕਿਉਂਕਿ ਅਸੀਂ ਜਿਸ ਵੇਲੇ ਜਿਹੜਾ ਸਾਡਾ ਦੇਸ਼ ਹੈ ਇਹ ਇੱਕ ਕਨਸਟੀਟਿਊਸ਼ਨ ਜਿਹੜਾ ਇੱਕ ਅਸੀਂ ਆਜ਼ਾਦੀ ਤੋਂ ਬਾਅਦ ਜਿਹੜਾ ਪੈਕਟ ਇੱਕ ਤਰ੍ਹਾਂ ਸਟੇਟਾਂ ਦਾ ਹੋਇਆ ਸਾਡਾ ਆਪਸ ਵਿੱਚ, ਅਸੀਂ ਇਸ ਕਨਸਟੀਟਿਊਸ਼ਨ ਦੇ ਥੱਲੇ ਚੱਲਾਂਗੇ ਤੇ ਉਸ ਕਨਸਟੀਟਿਊਸ਼ਨ ਦੇ ਵਿੱਚ ਜਿਹੜਾ ਸਾਡੇ ਕੋਈ ਵੀ ਕਨਸਟੀਟਿਊਸ਼ਨ ਦੇ ਥੱਲੇ ਵਾਲੀ ਜਿਹੜੀ ਵੀ ਸ਼ਾਖਾ ਉਹਦੀ ਆਉਂਦੀ ਹੈ ਉਹ ਸੁਪਰੀਮ ਨਹੀਂ ਹੈਗੀ। ਸਾਡਾ ਕਨਸਟੀਟਿਊਸ਼ਨ ਸੁਪਰੀਮ ਹੈ। ਸਾਡੇ ਕਨਸਟੀਟਿਊਸ਼ਨ ਨੇ ਇੱਕ ਐਸਾ ਢਾਂਚਾ ਸਾਨੂੰ ਵਿਵਸਥਾ ਦਾ ਦਿੱਤਾ ਜਿਹਦੇ ਵਿੱਚ ਸਾਰੇ ਉੱਤੇ ਇੱਕ ਦੂਸਰੇ ਦੇ ਚੈੱਕ ਹੈ। ਔਰ ਜਦੋਂ ਇੱਕ ਐਸੀ ਘਟਨਾ ਨੂੰ ਲੈ ਕੇ ਜਿਹਦੇ ਨਾਲ ਪੂਰੇ ਦੇਸ਼ ਤੋਂ ਨਿਕਲ ਕੇ ਦੁਨੀਆ ਤੱਕ ਸਾਡੀ ਇਮੇਜ ਦੇ ਉੱਤੇ ਗੱਲ ਚੱਲ ਰਹੀ ਹੋਵੇ, ਉਸ ਵੇਲੇ ਜਦੋਂ ਸੁਪਰੀਮ ਕੋਰਟ ਨੂੰ ਇੰਟਰਵੀਨ ਕਰਨਾ ਪੈਂਦਾ ਹੈ ਤੇ ਇਹ ਅੰਦਾਜ਼ਾ ਮੈਨੂੰ ਲੱਗਦਾ ਕਿ ਜਿੱਦਾਂ ਅਸੀਂ ਸ਼ੁਰੂ 'ਚ ਕਹੇ ਕਿ ਮੁਲਕ ਸ਼ਰਮਸਾਰ ਹੋਇਆ ਸਾਰੀ ਦੁਨੀਆ 'ਚ। ਤੇ ਮੈਨੂੰ ਲੱਗਦਾ ਕਿ ਜਿਨ੍ਹਾਂ ਦੀ ਕਨਸਟੀਟਿਊਸ਼ਨ ਨੂੰ ਬਚਾਉਣ ਦੀ ਜਿਨ੍ਹਾਂ ਦੀ ਡਿਊਟੀ ਹੈ, ਜਿਹੜੇ ਇਲੈਕਟਡ ਰਿਪਰੈਜ਼ੈਂਟੇਟਿਵ ਜਿਹੜੇ ਸਾਡੇ ਪਾਰਲੀਮੈਂਟ ਦੇ ਦੋਨੋਂ ਹਾਊਸਿਸ 'ਚ ਬੈਠੇ ਆ, ਇਹ ਉਹਨਾਂ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਇੰਟਰਵੀਨ ਕਿਉਂ ਕੀਤਾ। ਕਿਉਂਕਿ ਸੁਪਰੀਮ ਕੋਰਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸਿੱਧੇ ਸ਼ਬਦਾਂ 'ਚ, ਉਹਨਾਂ ਨੇ ਕਿਹਾ ਕਿ ਉੱਥੇ ਲਾਅ ਐਂਡ ਆਰਡਰ ਦੀ ਧੱਜੀਆਂ ਉੱਡ ਗਈਆਂ। ਸੁਪਰੀਮ ਕੋਰਟ ਨੇ ਔਨ ਰਿਕਾਰਡ ਇਹ ਗੱਲ ਕਹੀ ਔਰ ਹੁਣ ਉਹਨਾਂ ਨੇ ਜਿਹੜਾ DGP ਨੂੰ ਤਲਬ ਕੀਤਾ ਉੱਥੇ। ਔਰ ਜਿਸ ਵੇਲੇ ਏਡੀ ਵੱਡੀ ਗੱਲ ਹੋ ਜਾਂਦੀ, ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਕਿ ਉੱਥੇ ਲੰਬਾ ਸਮਾਂ ਕਿਸੇ ਨੇ ਉਹਨਾਂ ਦੀ ਸੁਣਵਾਈ ਨਹੀਂ ਕੀਤੀ। ਤਾਂ ਇਹ ਗੱਲ ਆਪਣੇ ਆਪ 'ਚ ਇੱਕ ਵੱਡਾ ਸਵਾਲ ਪੈਦਾ ਕਰਦੀ ਹੈ ਸਾਡੀ ਜਿਹੜੀ ਕਨਸਟੀਟਿਊਸ਼ਨਲ ਵਿਵਸਥਾ 'ਚ ਜਿਨ੍ਹਾਂ ਦੀ ਡਿਊਟੀਜ਼ ਨੇ, ਸਾਡੇ ਇਲੈਕਟਡ ਰਿਪਰੈਜ਼ੈਂਟ ਪਾਰਲੀਮੈਂਟ 'ਚ ਬੈਠੇ ਨੇ, ਪਾਰਲੀਮੈਂਟ ਦੇ ਦੋਨੋਂ ਹਾਊਸਿਸ ਬੈਠੇ ਨੇ, ਇਹ ਉਹਨਾਂ ਨੂੰ ਇਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ ਵੀ ਇਹ ਵਜ੍ਹਾ ਸੁਪਰੀਮ ਕੋਰਟ ਨੂੰ ਅੱਜ ਕੀ ਜ਼ਰੂਰਤ ਪਈ। ਔਰ ਦੇਖੋ ਜਿਸ ਵੇਲੇ ਇਹ ਸਾਰੇ ਦਬਾਅ ਦੇ ਵਿੱਚ CBI ਨੇ ਇੱਕ ਪਰਚਾ ਦਰਜ ਕਰ ਲਿਆ, ਹਾਲਾਂਕਿ ਉੱਥੇ ਵੀ ਜਦੋਂ ਬਹੁਤ ਸਾਰਾ ਦਬਾਅ ਬਣਿਆ
ਸਰਕਾਰਾਂ ਜਵਾਬ ਨਹੀਂ ਸੀ ਦੇ ਰਹੀਆਂ, ਤਾਂ ਉੱਥੇ ਦੀ ਗਵਰਨਮੈਂਟ ਨੇ ਫਿਰ ਲੇਟਰ ਜਿਹੜੇ ਆ ਬਹੁਤ ਸਾਰੇ ਪਰਚੇ ਦਰਜ ਕੀਤੇ ਲੇਟਰ, ਪਹਿਲਾਂ ਨਹੀਂ ਕੀਤੇ, ਜਿਹੜੀ ਪਹਿਲਾਂ ਉਹਨਾਂ ਦੀ ਡਿਊਟੀ ਸੀ ਇਨੀਸ਼ੀਅਲ ਸਟੇਜ ਦੇ ਉੱਤੇ। ਤਾਂ ਫਿਰ ਫਟਾਫਟ ਸੀਬੀਆਈ ਨੇ ਪਰਚਾ ਦਰਜ ਕਰ ਲਿਆ। ਪਰ ਸੁਪਰੀਮ ਕੋਰਟ ਨੇ ਹੁਣ ਰੀਸੈਂਟਲੀ ਇਹ ਵੀ ਕਿਹਾ ਹੈ ਕਿ ਸੀਬੀਆਈ ਉਨੀ ਦੇਰ ਵਿਕਟਿਮ ਵਿਮਨਸ ਜਿਹੜੀਆਂ ਉੱਥੇ ਦੀਆਂ ਹੈਗੀਆਂ ਉਹਨਾਂ ਦੀ ਸਟੇਟਮੈਂਟ ਰਿਕਾਰਡ ਨਹੀਂ ਕਰੇਗਾ ਜਿੰਨੀ ਦੇਰ ਸੁਪਰੀਮ ਕੋਰਟ ਕੋ ਜਿਹੜੇ ਇਹਦੇ ਨਾਲ ਰਿਲੇਟਡ ਮਤਲਬ ਪਈਆਂ ਨੇ ਲਿਟੀਗੇਸ਼ਨਸ ਜਿਹੜੀਆਂ ਨੇ ਜਾਂ ਰਿਟਸ ਪਈਆਂ ਨੇ ਉਹਨਾਂ ਦਾ ਫੈਸਲਾ ਸੁਪਰੀਮ ਕੋਰਟ ਨਹੀਂ ਕਰ ਲੈਂਦਾ। ਤਾਂ ਇਹ ਸੁਪਰੀਮ ਕੋਰਟ ਦਾ ਇਹ ਕਹਿਣਾ ਆਪਣੇ ਆਪ 'ਚ ਹੀ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਜਿਹੜੀਆਂ ਜ਼ਿੰਮੇਵਾਰ ਨੇ ਐਸੀਆਂ ਘਟਨਾਵਾਂ ਰੋਕਣ ਲਈ, ਉਹਨਾਂ ਦੇ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ। ਰਾਕੇਸ਼ ਜੀ ਦੇਖੋ, ਇਹ ਤਾਂ ਉਹ ਮੁੱਦਾ ਹੈ ਜਿਹੜਾ ਕਿ ਵਾਇਰਲ ਹੋਣ ਤੋਂ ਬਾਅਦ ਹੈ ਨਾ ਇੰਨਾ ਉੱਠ ਗਿਆ। ਅਦਰਵਾਈਜ਼ ਪਤਾ ਨਹੀਂ ਕਿੰਨੇ ਦੇਸ਼ 'ਚ ਇੱਦਾਂ ਦੇ ਹਿੰਸਾ ਹੁੰਦੀਆਂ ਨੇ ਜਾਂ ਔਰਤਾਂ ਨਾਲ ਬੇਪੱਤੀਆਂ ਹੁੰਦੀਆਂ ਜੋ ਬਾਹਰ ਹੀ ਨਹੀਂ ਆਉਂਦੀਆਂ। ਕਈ ਵਾਰੀ ਬਾਹਰ ਹੀ ਨਹੀਂ ਆਉਂਦੀਆਂ, ਸਾਨੂੰ ਪਤਾ ਹੀ ਨਹੀਂ ਲੱਗਦੀਆਂ, ਉਹ ਅੰਦਰ ਹੀ ਦਬ ਜਾਂਦੀਆਂ। ਤੁਹਾਡੇ ਸਾਹਮਣੇ ਯੂਪੀ 'ਚ ਹੋਇਆ ਜਿਸ ਵੇਲੇ ਤੁਹਾਨੂੰ ਪਤਾ ਕਿ ਇੱਕ ਲੜਕੀ ਨੂੰ ਰੇਪ ਕਰਕੇ ਉਹਦੀ ਉੱਥੇ ਖੇਤ 'ਚ ਜਲਾ ਦਿੱਤਾ ਗਿਆ। ਅਗਰ ਉਸ ਵੇਲੇ ਵੀ ਸਰਕਾਰਾਂ, ਉਸ ਵੇਲੇ ਦੀਆਂ ਸਰਕਾਰਾਂ ਉਸੇ ਵੇਲੇ ਐਪਰੋਪ੍ਰੀਏਟ ਐਕਸ਼ਨ ਲੈਂਦੀਆਂ ਕਾਨੂੰਨ ਦੇ ਮੁਤਾਬਕ, ਤਾਂ ਉਹਦਾ ਜਿਹੜਾ ਸੰਦੇਸ਼ ਹੁੰਦਾ ਪੂਰੇ ਮੁਲਕ 'ਚ ਜਾਂਦਾ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਦਾ। ਬਿਲਕੁਲ, ਜਿੱਦਾਂ ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ਤੇ ਸੰਸਦ ਨਹੀਂ ਚੱਲਣ ਦਿੱਤੀ ਜਾ ਰਹੀ ਸਰ, ਹੈ ਨਾ, ਆਪਾਂ ਵੀ ਦੇਖਦੇ ਹਾਂ ਪ੍ਰਧਾਨ ਮੰਤਰੀ ਦੇ ਬਿਆਨ ਨੂੰ ਲਗਾਤਾਰ ਉਹ ਕਹਿ ਰਹੇ ਨੇ ਕਿ ਇਸ ਦੇ ਉੱਤੇ ਪ੍ਰਧਾਨ ਮੰਤਰੀ ਦਾ ਬਿਆਨ ਆਉਣਾ ਚਾਹੀਦਾ ਹੈ, ਉਹਦੀ ਮੰਗ ਕੀਤੀ ਜਾ ਰਹੀ ਹੈ। ਕੀ ਇਹ ਮੰਗ ਜਾਇਜ਼ ਹੈ? ਜਿਸ ਤਰ੍ਹਾਂ ਮੈਂ ਉਹਨੇ ਤੁਹਾਨੂੰ ਗੱਲ ਕੀਤੀ ਸੀ ਕਨਸਟੀਟਿਊਸ਼ਨ ਸੁਪਰੀਮ ਹੈ ਜੀ, ਤਾਂ ਕਨਸਟੀਟਿਊਸ਼ਨ ਜਿਹੜਾ ਸੁਪਰੀਮ ਜਦੋਂ ਉੱਤੇ ਹਾਊਸ ਜਿਹੜਾ ਹੈਗਾ ਜੀ, ਹਾਊਸ ਸੁਪਰੀਮ ਹੈ, ਕਨਸਟੀਟਿਊਸ਼ਨ ਤੋਂ ਬਾਅਦ ਹਾਊਸ ਸੁਪਰੀਮ ਹੈ, ਕਿਉਂਕਿ ਉਹ ਜੋ ਫੈਸਲੇ ਕਰਦਾ ਕਨਸਟੀਟਿਊਸ਼ਨਲ ਅਮੈਂਡਮੈਂਟਸ ਵੀ ਉਹਦੇ ਜ਼ਰੀਏ ਹੁੰਦੀ ਹੈ। ਬਿਲਕੁਲ। ਤਾਂ ਜਿਸ ਵੇਲੇ ਜਿਹੜਾ ਉਸ ਲੀਡਰ ਆਫ ਦੀ ਹਾਊਸ ਹੈ ਜਿਹਨੂੰ ਅਸੀਂ ਪ੍ਰਾਈਮ ਮਿਨਿਸਟਰ ਕਹਿੰਦੇ ਜਾਂ ਪ੍ਰਧਾਨ ਮੰਤਰੀ ਕਹਿੰਦੇ, ਤਾਂ ਫਿਰ ਹਾਊਸ ਦਾ ਰਾਈਟ ਤਾਂ ਹੈਗਾ ਉਹਨਾਂ ਕੋਲ ਪੁੱਛਣਾ ਵੀ ਸਿੱਧਾ ਪ੍ਰਧਾਨ ਮੰਤਰੀ ਆ ਗਏ ਉਹਦੇ ਤੇ ਜਵਾਬ ਦੇਣ। ਬੇਸ਼ੱਕ ਇਹ ਕਿਹਾ ਜਾ ਰਿਹਾ ਕਿ ਵੀ ਇਹ ਉਹ ਜਿਹੜਾ ਸੱਤਾ ਪਕਸ਼ ਹੈ ਉਹ ਕਹਿ ਰਿਹਾ ਜੀ ਹੋਮ ਮਿਨਿਸਟਰ ਤਿਆਰ ਹੈ ਇਹਦੇ ਉੱਤੇ, ਪਰ ਇਸ ਤੋਂ ਪਹਿਲਾਂ ਸਾਡੇ ਪ੍ਰਾਈਮ ਮਿਨਿਸਟਰ ਦੇ ਬਹੁਤ ਸਾਰੇ ਜਿਹੜੇ ਇਸ਼ੂਜ਼ ਹੈ ਉਹਨਾਂ ਉੱਤੇ ਉਹ ਗੱਲ ਕਰਦੇ ਆ। ਮਤਲਬ ਕਿ ਰਾਮ ਮੰਦਿਰ ਬਣਿਆ, ਰਾਮ ਮੰਦਿਰ ਦੀ ਪੂਜਾ ਹੋਈ, ਤਾਂ ਠੀਕ ਆ ਸੋਸ਼ਲ ਇਸ਼ੂ ਹੈ, ਬਟ ਉਹਦੇ 'ਚੋਂ ਸਿੱਧੇ ਜਾਂਦੇ ਨੇ। ਬਹੁਤ ਸਾਰੇ ਐਸੇ ਇਸ਼ੂਜ਼ ਨੇ ਹਾਲੇ ਤੱਕ, ਐਸੀ ਫਹਿਰਿਸਤ 'ਚ ਬਹੁਤ ਸਾਰੇ ਇਸ਼ੂਜ਼ ਨੇ ਜਿਹਦੇ 'ਚ ਸਾਡੇ ਜਿਹਦੇ 'ਚ ਡਿਊਟੀਜ਼ ਵਿਦੇਸ਼ ਮੰਤਰੀ ਦੀਆਂ ਬਣਦੀਆਂ ਸੀ, ਜਿਹਦੇ 'ਚ ਹੋਮ ਮਿਨਿਸਟਰ ਦੀਆਂ ਬਣਦੀਆਂ ਸੀ, ਪਰ ਸਾਡੇ ਪ੍ਰਾਈਮ ਮਿਨਿਸਟਰ ਸਿੱਧੇ ਤੌਰ 'ਤੇ ਉਹਦੇ ਉੱਤੇ ਆ ਕੇ ਬਿਆਨ ਜਾਰੀ ਕਰ ਦਿੰਦੇ ਨੇ। ਪ੍ਰੈਸ ਨਾਲ ਤਾਂ ਗੱਲ ਬਹੁਤ ਘੱਟ ਕਰਦੇ ਆ, ਸ਼ਾਇਦ ਹਾਲੇ ਤੱਕ ਇੰਨੀ ਕੀਤੀ ਨਹੀਂ ਉਹਨਾਂ ਨੇ 10 ਸਾਲਾਂ 'ਚ, ਬਟ ਉਹ ਉਹਦੇ ਤੇ ਉਹ ਸਿੱਧਾ ਬੋਲਦੇ ਆ। ਔਰ ਅੱਜ ਜਿਸ ਵੇਲੇ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਸੀਬੀਆਈ ਨੇ ਜਿਹੜਾ ਪਰਚਾ ਦਰਜ ਕੀਤਾ, ਇੱਕ ਧਾਰਨਾ ਖੁੱਲ੍ਹੇ ਤੌਰ ਦੇ ਉੱਤੇ ਕਿ ਜਿਹੜੀ ਸੀਬੀਆਈ ਆ ਉਹ ਡਾਇਰੈਕਟ ਜਿਹੜੀ ਪ੍ਰਾਈਮ ਮਿਨਿਸਟਰ ਦੇ ਕੰਟਰੋਲ 'ਚ ਚੱਲਦੀ ਹੈ। ਤਾਂ ਪ੍ਰਾਈਮ ਮਿਨਿਸਟਰ ਜਿਸ ਵੇਲੇ ਪਾਰਲੀਮੈਂਟ 'ਚ ਤਾਂ ਕੋਈ ਗੱਲ ਨਹੀਂ ਕਰਨਾ ਚਾਹੁੰਦੇ, ਤਾਂ ਅਚਾਨਕ ਸੀਬੀਆਈ ਪਰਚਾ ਦਰਜ ਕਰ ਲੈਂਦੀ ਹੈ। ਫਿਰ ਸੁਪਰੀਮ ਕੋਰਟ ਕਹਿੰਦਾ ਕਿ ਨਹੀਂ ਇਹ ਉਹਦੇ ਤੇ ਇੰਟਰਵੀਨ ਇੰਨੀ ਛੇਤੀ ਨਹੀਂ ਕਰ ਸਕਦੀ, ਸਟੇਟਮੈਂਟ ਰਿਕਾਰਡ ਨਹੀਂ ਕਰ ਸਕਦੀ। ਤਾਂ ਪ੍ਰਧਾਨ ਮੰਤਰੀ ਨੂੰ ਮੈਨੂੰ ਲੱਗਦਾ ਕਿ ਕਨਸਟੀਟਿਊਸ਼ਨਲ ਉਹਨਾਂ ਦੀ ਡਿਊਟੀ ਹੈ, ਇਹਦੇ 'ਚ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਹਾਲਾਂਕਿ ਪ੍ਰਧਾਨ ਮੰਤਰੀ ਦਾ ਮੈਨੂੰ ਲੱਗਦਾ ਕਿ ਇਹਦੇ ਉੱਤੇ ਕੋਈ ਮਤਲਬ ਉਹਨਾਂ ਇਹ ਨਹੀਂ ਕਿ ਉਹ ਸ਼ਰਮਸਾਰ ਨਹੀਂ ਹੋਣਗੇ ਜਾਂ ਉਹਨਾਂ ਨੂੰ ਦੁੱਖ ਨਹੀਂ ਹੋਏਗਾ ਇਸ ਘਟਨਾ ਦਾ। ਮੈਨੂੰ ਲੱਗਦਾ ਕਿ ਪ੍ਰਾਈਮ ਮਿਨਿਸਟਰ ਨੇ ਇਹ ਦੁੱਖ ਮਹਿਸੂਸ ਕਰ ਰਹੇ ਨੇ, ਤਾਂ ਹੀ ਤਾਂ ਸੀਬੀਆਈ ਨੇ ਪਰਚਾ ਦਰਜ ਕੀਤਾ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਗ੍ਰਹਿ ਮੰਤਰੀ ਦਾ ਸਿਰਫ ਬਿਆਨ ਹੀ ਨੋ ਡਾਊਟ ਜੋ ਦੇਸ਼ ਦੇ ਅੰਦਰ ਦੀਆਂ ਘਟਨਾਵਾਂ ਹੁੰਦੀਆਂ ਨੇ ਉਹਦੇ ਹੋਮ ਮਿਨਿਸਟਰ ਹੀ ਬੋਲਦਾ ਜੀ, ਪਰ ਜਿਸ ਵੇਲੇ ਸਿਰ ਤੋਂ ਪਾਰ ਗੱਲਾਂ ਲੱਗ ਜਾਂਦੀਆਂ ਉਦੋਂ ਪ੍ਰਧਾਨ ਮੰਤਰੀ ਦੀ ਵੀ ਡਿਊਟੀ ਬਣਦੀ ਹੈ ਕਿ ਪ੍ਰਧਾਨ ਮੰਤਰੀ ਨੇ ਹਾਲੇ ਤੱਕ ਇਹ ਵੀ ਨਹੀਂ ਦੱਸਿਆ ਕਿ ਉਹਨਾਂ ਨੇ ਇਸ ਗੱਲ ਨੂੰ ਲੈ ਕੇ, ਅਗਰ ਉਹ ਪਾਰਲੀਮੈਂਟ 'ਚ ਨਹੀਂ ਬੋਲਦੇ ਤੇ ਉਹਨਾਂ ਨੇ ਕਿੰਨੀ ਵਾਰੀ ਹੋਮ ਮਿਨਿਸਟਰ ਨੂੰ ਕਾਲ ਕੀਤਾ ਨਿੱਜੀ ਤੌਰ ਦੇ ਉੱਤੇ ਵੀ ਮਨੀਪੁਰ 'ਚ ਐਸਾ ਕਿਉਂ ਹੋ ਰਿਹਾ, ਐਸੀ ਕੋਈ ਗੱਲ ਸਾਹਮਣੇ ਨਹੀਂ ਆਈ ਹਾਲੇ ਤੱਕ ਜੀ। ਜਿੱਦਾਂ ਹੁਣ ਹਰਿਆਣਾ ਦੇ ਵਿੱਚ ਵੀ ਰੀਸੈਂਟ ਹਿੰਸਾ ਹੋਈ ਹੈ, ਬਹੁਤ ਭਖਿਆ ਮਾਮਲਾ। ਮੈਂ ਸਟਾਰਟਿੰਗ ਦੇ ਵਿੱਚ ਵੀ ਕਹਿ ਕੇ ਹਟੀਆਂ ਕਿ ਮਸਜਿਦ ਦੇ ਵਿੱਚ ਅੱਗ ਲਗਾਈ, ਇੱਕ ਨੌਜਵਾਨ ਦੀ ਹੱਤਿਆ ਹੋ ਗਈ ਹੈ ਨਾ, ਉਹਦੇ 'ਚੋਂ ਮਾਰਿਆ ਗਿਆ, ਗੋਲੀਆਂ ਚੱਲੀਆਂ, ਮੰਦਿਰ ਵੀ ਜਲਾਏ ਗਏ। ਇਹ ਕੀ ਕਾਰਨ ਹੈ ਇਹ ਹਿੰਸਾ ਦਾ? ਇਸ ਤਰ੍ਹਾਂ ਕਿ ਸਾਡੇ ਸ਼ਾਇਦ ਦੇਸ਼ ਦੀ ਨਾ ਬਦਕਿਸਮਤੀ ਇਹ ਵਿਡੰਬਨਾ ਹੈ ਜੀ, ਜਿਹੜੀ ਇਹਦੀ ਬਹੁਤ ਰਿਚ ਸੰਸਕ੍ਰਿਤੀ ਦੇ ਅਸੀਂ ਮਲਟੀ ਕਲਚਰਲ ਮਲਟੀ ਲਿੰਗੁਇਸਟਿਕ ਜਿਹੜੇ ਹੈ ਜੀ, ਮਲਟੀ ਜਿਹੜੀ ਹੈ ਸਾਡੀਆਂ ਜਿਹੜੀਆਂ ਵੇਸ਼ਭੂਸ਼ਾ ਵੀ ਨੇ ਜਿਹੜੀਆਂ ਉਸ ਤਰ੍ਹਾਂ ਦਾ ਅਸੀਂ ਇੱਕ ਨੈਚੁਰਲ ਨੇਸ਼ਨ ਹੈਗੇ ਆ। ਅਸੀਂ ਅਮਰੀਕਾ ਜਾਂ ਕੈਨੇਡਾ ਜਾਂ ਕਿਸੇ ਐਸੇ ਜਿਹੜੀ ਆਰਟੀਫਿਸ਼ੀਅਲ ਨੇਸ਼ਨਸ ਵਰਗੀ ਨੇਸ਼ਨ ਨਹੀਂ ਹੈਗੇ ਜੀ। ਤੇ ਸਾਡੀ ਜਿਹੜੀ ਨੇਸ਼ਨ ਆ ਉਹ ਇੱਕ ਰਿਚ ਨੇਸ਼ਨ ਔਰ ਇੱਕ ਡੈਮੋਕ੍ਰੇਸੀ ਦੇ ਤਹਿਤ ਜਿਹੜੀ ਚੱਲਦੀ ਹੈ, ਲੇਕਿਨ ਸਾਡੀ ਬਦਕਿਸਮਤੀ ਇਹ ਹੈ ਕਿ ਅਸੀਂ ਇੱਕ ਕਨਸਟੀਟਿਊਸ਼ਨ ਜਿਹਦੇ ਪ੍ਰੀਐਂਬਲ 'ਚ ਕਿਹਾ ਜਾਂਦਾ ਹੈ ਕਿ ਵੀ ਦੀ ਪੀਪਲ ਆਫ ਇੰਡੀਆ ਜੀ, ਅਸੀਂ ਭਾਰਤ ਦੇ ਲੋਕ ਜਿਹੜੇ ਹੈ ਸਹੁੰ ਚੁੱਕਦੇ ਹਾਂ ਕਿ ਅਸੀਂ ਇਸ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਚੱਲਾਂਗੇ, ਇਹ ਸਾਡੇ ਲਈ ਇੱਕ ਗ੍ਰੰਥ ਹੈ, ਸਾਡੇ ਲਈ ਪੂਜਣਯੋਗ ਚੀਜ਼ ਹੈ। ਉਸ ਦੌਰਾਨ ਕੀ ਹੈ ਕਿ ਉਹਦੇ ਬਾਵਜੂਦ ਅੱਜ ਸਾਡੇ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਜਿਹਦੇ 'ਚ ਇਲੈਕਸ਼ਨ ਸਭ ਤੋਂ ਵੱਡੀ ਚੀਜ਼ ਹੈ, ਜਿਹਦੇ ਜ਼ਰੀਏ ਚੁਣ ਕੇ ਅਸੀਂ ਵਿਧਾਨ ਸਭਾਵਾਂ ਈਵਨ ਪੰਚਾਇਤਾਂ ਤੋਂ ਸ਼ੁਰੂ ਹੁੰਦੇ ਹਾਂ ਤੇ ਪਾਰਲੀਮੈਂਟ ਤੱਕ ਜਾਂਦੇ ਹਾਂ। ਉਹਦੇ ਵਿੱਚ ਜਦੋਂ ਅਸੀਂ ਇੱਥੇ ਆ ਕੇ ਵੀ ਜਾਤਾਂ ਧਰਮਾਂ ਖੇਤਰਾਂ ਦੇ ਵਿੱਚ ਬਦਲਦੇ ਹਾਂ ਬਿਲਕੁਲ, ਤੇ ਫਿਰ ਕਈ ਵਾਰੀ ਐਸੀਆਂ ਸ਼ੰਕਾਵਾਂ ਨੇ, ਕਈ ਤਾਂ ਸ਼ੰਕਾਵਾਂ ਪ੍ਰਮਾਣਿਤ ਹੋ ਚੁੱਕੀਆਂ ਨੇ ਜੀ ਕਿ ਅੱਜ ਵੀ 2024 ਦਾ ਇਲੈਕਸ਼ਨ ਸਿਰ ਤੇ ਹੈ।
ਬਿਲਕੁਲ ਬਿਲकुल। ਤਾਂ ਉਦੋਂ ਫਿਰ ਇਹ ਸਧਾਰਨ ਅੰਦਾਜ਼ੇ ਲਾਏ ਜਾਂਦੇ ਨੇ, ਕਿਤੇ ਪੋਲਰਾਈਜੇਸ਼ਨ ਦਾ ਖੇਲ ਤਾਂ ਨਹੀਂ। ਰਾਈਟ। ਕਿਉਂਕਿ ਅੱਜ ਅਗਰ ਤੁਸੀਂ ਜਿੱਦਾਂ ਨੂੰਹ ਦੀ ਘਟਨਾ ਕੀਤੀ, ਜਿਹੜੀ ਮੈਂ ਤੁਹਾਨੂੰ ਸ਼ੁਰੂ 'ਚ ਵੀ ਦੱਸਿਆ ਸੀ ਕਿ ਉੱਥੇ ਮਤਈ ਹਿੰਦੂਸ ਨੇ, ਹਾਂਜੀ, ਤੇ ਇਸ ਕਰਕੇ ਹੋ ਸਕਦਾ ਕਿ ਮਣੀਪੁਰ ਇੱਕ ਛੋਟੀ ਸਟੇਟ ਹੈ, ਜੀ ਜਿਹੜੇ ਹਿੰਦੂ ਕਾਰਡ ਦੇ ਉੱਤੇ ਦੁਬਾਰਾ ਤੋਂ ਜਾਂ ਉਹ ਸੱਤਾ ਹਾਸਲ ਜਾਂ ਹੋਰ ਜਿਹੜੇ ਲੋਕ ਹੁਣ ਸੱਤਾ ਹਾਸਲ ਕਰਨਾ ਚਾਹੁੰਦੇ ਹੋਣਗੇ, ਜੀ ਉਹਨਾਂ ਨੂੰ ਇਹ ਚੀਜ਼ ਸੂਟ ਕਰਦੀ ਹੈ, ਚਾਹੇ ਇੰਟੈਂਸ਼ਨ ਨਾ ਵੀ ਹੋਵੇ, ਪਰ ਜਿਸ ਵੇਲੇ ਉਹ ਬੋਲਦੇ ਨਹੀਂ ਹੈ ਜੀ ਤਾਂ ਫਿਰ ਉਹ ਇੰਟੈਂਸ਼ਨ ਜਿਹੜੀ ਆ ਉਹ ਸੱਚ 'ਚ ਬਦਲਦੀ ਚਲੀ ਜਾਂਦੀ ਹੈ। ਬਿਲਕੁਲ ਇਹ ਬਿਲकुल ਬੋਲ ਕਿਉਂ ਨਹੀਂ ਰਹੇ? ਬਿਲकुल ਉਹਨਾਂ ਨੂੰ ਇਹ ਹੋ ਸਕਦਾ, ਇਹ ਲੱਗਦਾ ਹੋਵੇ ਕਿ ਮਣੀਪੁਰ ਇੱਕ ਛੋਟੀ ਸਟੇਟ ਅਗਰ ਅਸੀਂ ਇਹ ਲਾਸ ਕਰ ਵੀ ਦਿਆਂਗੇ ਜੀ ਤੇ ਸਾਨੂੰ ਜਿਹੜੀਆਂ ਅਦਰ ਜਿਹੜੀਆਂ ਹਿੰਦੂ ਪਾਕਟਸ ਨੇ, ਜਿੱਥੇ ਬਹੁਤ ਵੱਡੀਆਂ ਸੀਟਾਂ ਜਿਹਦੇ ਨਾਲ ਪਾਰਲੀਮੈਂਟ ਬਣਦੀ ਆ, ਜੀ ਇੱਕੋ ਜਗ੍ਹਾ ਤੇ ਇੰਨੀਆਂ ਸੀਟਾਂ ਪਈਆਂ, ਉਹ ਉਹਨਾਂ ਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਹੋਈ। ਜੀ ਸੇਮ ਮੈਨੂੰ ਲੱਗਦਾ ਜਿਹੜੀ ਤੁਸੀਂ ਨੂੰਹ ਦੀ ਘਟਨਾ ਦਾ ਜ਼ਿਕਰ ਕੀਤਾ ਹਰਿਆਣਾ ਦੀ, ਹਰਿਆਣਾ ਦੇ ਮੇਵਾਤ ਦੇ ਵਿੱਚ ਜਿਹੜੀ ਜਗ੍ਹਾ ਹੈ, ਉੱਥੇ ਇੱਕ ਜਿਹੜੀ ਹੈ ਬ੍ਰਜ ਧਾਮ ਯਾਤਰਾ ਨਿਕਲਦੀ ਹੈ। ਜੀ ਜਿਸ ਤਰ੍ਹਾਂ ਇਸ ਵੇਲੇ ਚਤੁਰਮਾਸ ਚੱਲ ਰਿਹਾ, ਜਿਹਨੂੰ ਚਮਾਸਾ ਕਹਿੰਦੇ ਸਾਡੇ ਪੰਜਾਬੀ 'ਚ। ਜੀ ਤਾਂ ਇਹ ਐਕਚੁਅਲੀ ਕੀ ਹੈ ਕਿ ਜਿਹੜੀ ਇੱਕ ਸਾਡੀ ਜਿਹੜੀ ਹਿੰਦੂ ਸੰਸਕ੍ਰਿਤੀ ਹੈ, ਹਿੰਦੂ ਸੰਸਕ੍ਰਿਤੀ ਦੇ ਵਿੱਚ ਦੇਵ ਜਿਹੜੀ ਸ਼ੈਨੀ ਇੱਕ ਇਕਾਦਸ਼ੀ ਆਉਂਦੀ ਤੇ ਇੱਕ ਦੇਵ ਪ੍ਰਬੋਧਨੀ ਆਉਂਦੀ ਹੈ। ਜੀ ਦੇਵ ਜਿਹੜੀ ਕਹਿੰਦੇ ਆ ਕਿ ਉਹ ਹੁੰਦੀ ਹੈ ਜਿਹੜੀ ਸੌਣ ਵਾਲੀ ਦੇਵ ਸ਼ੈਨੀ ਜਿਹੜੀ ਇਕਾਦਸ਼ੀ ਹੈ, ਉਸ ਵੇਲੇ ਭਗਵਾਨ ਵਿਸ਼ਨੂੰ ਜਿਹੜੇ ਆ ਉਹ ਸ਼ੈਨ 'ਚ ਚਲੇ ਜਾਂਦੇ ਆ ਤੇ ਦੇਵ ਪ੍ਰਬੋਧਨੀ ਵੇਲੇ ਜਾਗਦੇ ਆ। ਜੀ ਸੋ ਇਹਦਾ ਪਿਛਲੀ ਜਿਹੜੀ ਬੈਕਗ੍ਰਾਉਂਡ ਹੈ ਇਸ ਬ੍ਰਜਧਾਮ ਯਾਤਰਾ ਦੀ, ਜਿਹਦੇ ਉੱਤੇ ਹਮਲਾ ਹੋਇਆ, ਜਿੱਥੋਂ ਲੜਾਈ ਸ਼ੁਰੂ ਹੋਈ ਹੈ, ਜੀ ਉਤੋਂ ਉਹਦਾ ਇਤਿਹਾਸ ਤੇ ਹੈ ਕਿ ਜਿਹੜੀ ਸਾਡੇ ਤੀਰਥਾਂ ਦੀ ਗੱਲ ਕਰਦੇ, ਕਿਉਂਕਿ ਅਸੀਂ ਇਸ ਸੰਸਕ੍ਰਿਤੀ 'ਚ ਰਹਿੰਦੇ ਹਾਂ, ਜੀ ਤਾਂ ਤੀਰਥਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਵੀ ਜਿਹੜਾ ਤੀਰਥ ਰਾਜ ਸੀ, ਜਿਹੜਾ ਯਾਨੀ ਕਿ ਸੁਪਰੀਮ ਤੀਰਥ ਸੀ, ਜਿਹੜਾ ਉਹ ਪ੍ਰਯਾਗ ਸੀ। ਜੀ ਤਾਂ ਕਹਿੰਦੇ ਕਿ ਉਹ ਪ੍ਰਯਾਗ ਤੀਰਥ ਨੂੰ ਜਿਹੜਾ ਇੱਕ ਵਾਰੀ ਅਹਿਮ ਹੋ ਗਿਆ। ਹਾਂਜੀ ਤੇ ਨਾਰਦ ਮੁਨੀ ਜਿੱਦਾਂ ਸਾਡੇ ਵਰਗੀ ਕਮਿਊਨਿਟੀ 'ਚ ਮੰਨੇ ਜਾਂਦੇ ਪੱਤਰਕਾਰ ਟਾਈਪ ਜਿਹੜੇ ਹੁੰਦੇ, ਬਿਲकुल ਤਾਂ ਉਹ ਨਾਰਦ ਮੁਨੀ ਜਿਸ ਵੇਲੇ ਉੱਥੇ ਗਏ ਜੀ ਤਾਂ ਨਾਰਦ ਮੁਨੀ ਨੇ ਕਿਹਾ ਤੁਹਾਨੂੰ ਵਿਸ਼ਨੂੰ ਜੀ ਨੇ ਬਣਾ ਬੇਸ਼ੱਕ ਦਿੱਤਾ ਹੈ ਤੀਰਥਾਂ ਦਾ ਰਾਜ, ਪਰ ਤੁਸੀਂ ਤੀਰਥ ਰਾਜ ਪੂਰੇ ਨਹੀਂ ਹੈਗੇ, ਬਾਕੀ ਵੀ ਤੀਰਥ ਹੈਗੇ। ਉਹ ਕਹਿੰਦੇ ਕਿ ਉਹ ਜਿਹੜੇ ਪ੍ਰਯਾਗ ਰਾਜ ਨੂੰ ਜਿਹੜਾ ਉਹ ਹੰਕਾਰ ਹੋ ਗਿਆ, ਔਰ ਉਹਨੇ ਬਾਕੀ ਤੀਰਥਾਂ ਨੂੰ ਲੈ ਕੇ ਜਿਹੜਾ ਹੈ ਉਹ ਬ੍ਰਜ ਤੀਰਥ ਦੇ ਉੱਤੇ ਹਮਲਾ ਕਰ ਦਿੱਤਾ। ਜੀ ਬ੍ਰਜ ਤੀਰਥ ਇਹ ਏਰੀਆ ਜਿਹੜਾ ਕੁਝ ਹਿੱਸਾ ਯੂਪੀ ਦਾ, ਮਥੁਰਾ ਵਗੈਰਾ ਦਾ ਲੱਗਦਾ, ਜੀ ਰਾਜਸਥਾਨ ਦਾ ਲੱਗਦਾ, ਕੁਝ ਹਰਿਆਣਾ ਦਾ ਲੱਗਦਾ। ਤਾਂ ਫਿਰ ਉਹ ਦੱਸਦਾ ਵੀ ਉਹ ਹਾਰ ਗਏ, ਜਿਹੜੇ ਤੀਰਥ ਰਾਜ ਸੀ ਉਹ ਹਾਰ ਗਏ। ਤਾਂ ਫਿਰ ਉਹਨਾਂ ਨੇ ਵਿਸ਼ਨੂੰ ਜੀ ਨੇ ਕਿਹਾ ਵੀ ਇਹ ਮੇਰੀ ਜਗ੍ਹਾ ਹੈ, ਤੇ ਜੇ ਤੁਸੀਂ ਵਿਸ਼ਨੂੰ ਤੇ ਹਮਲਾ ਕਰੋਗੇ ਤਾਂ ਫਿਰ ਤੁਸੀਂ ਕਿੱਦਾਂ ਜਿੱਤ ਸਕਦੇ ਜੀ? ਬਿਲਕੁਲ ਤਾਂ ਫਿਰ ਉਦੋਂ ਵਿਸ਼ਨੂੰ ਜੀ ਨੇ ਡਿਊਟੀ ਲਾਈ ਕਿ ਜਿਹੜੇ ਲੋਕ ਵੀ ਜਿਨ੍ਹਾਂ ਨੇ ਇਸ ਸ਼ਾਮਲ ਸੀ ਉਹਨਾਂ ਨੂੰ ਹਰ 4 ਮਹੀਨੇ ਸਾਲ ਦੇ ਜਿਹੜੇ ਆ ਉਹ ਬ੍ਰਜ ਧਾਮ ਦੇ ਉੱਤੇ ਬਿਤਾਣੇ ਪੈਣਗੇ। ਇਹ ਉਸੇ ਯਾਤਰਾ ਜਿਹੜਾ ਬ੍ਰਜ ਧਾਮ ਦੇ ਵਿੱਚ ਰਹਿਣੇ ਪੈਣਗੇ, ਉਹਦੀ ਯਾਤਰਾ ਦਾ ਇੱਕ ਹਿੱਸਾ ਹੈ। ਠੀਕ ਹੈ ਜੀ। ਉਸ ਯਾਤਰਾ ਦੇ ਉੱਤੇ ਅੱਜ ਤੱਕ ਦਾ ਹਮਲਾ ਹੋਇਆ ਨਹੀਂ। ਜੀ ਔਰ ਹਰਿਆਣਾ ਦੇ ਵਿੱਚ ਐਸੀ ਘਟਨਾ ਦਾ ਵਾਪਰਨਾ ਆਪਣੇ ਆਪ 'ਚ ਇੱਕ ਨਵੀਂ ਗੱਲ ਹੈ। ਨੋ ਡਾਊਟ ਕਿ ਜਿਹੜਾ ਨੂੰਹ ਹੈ ਉੱਥੇ ਸਾਡਾ ਇਸਲਾਮਿਕ ਭਾਈਚਾਰੇ ਦੀ ਜਿਹੜੀ ਹੈ, ਜਿਹੜਾ ਮੁਸਲਮਾਨ ਭਾਈਚਾਰਾ ਉਹਦੀ ਡੋਮੀਨੈਂਸੀ ਹੈ। ਜਿੱਦਾਂ ਮੈਂ ਮਣੀਪੁਰ ਦਾ ਜ਼ਿਕਰ ਕਰ ਰਿਹਾ ਸੀ, ਉੱਥੇ ਡੋਮੀਨੈਂਸੀ ਉਹਦੀ ਉੱਤੇ, ਤਾਂ ਉਹਦੇ ਵਿੱਚ ਸਿਰਫ ਮੰਦਰ ਹੀ ਨਹੀਂ ਟੁੱਟੇ, ਪਹਿਲਾਂ ਤਾਂ ਹਮਲਾ ਹੋਇਆ, ਪਰ ਉਹਦੀ ਰਿਐਕਸ਼ਨਰੀ ਜੋ ਹੈ ਉਹਦੇ ਵਿੱਚ ਕਿ ਇਮਾਮ ਮਾਰ ਦਿੱਤਾ ਉਹਨਾਂ ਨੇ ਮਸਜਿਦ 'ਚ ਵੜ ਕੇ। ਹਾਂਜੀ, ਇੱਕ ਡੈਮੋਕ੍ਰੈਟਿਕ ਕੰਟਰੀ 'ਚ ਜਦੋਂ ਧਰਮ ਦੇ ਨਾਂ ਤੇ ਲੜਾਈਆਂ ਮਰ ਰਹੇ ਜੀ, ਇੱਕ ਸਿਵਲ ਵਾਰ ਦੀ ਸਥਿਤੀ ਟਾਈਪ ਬਣ ਰਹੀ ਹੈ। ਬਿਲਕੁਲ। ਔਰ ਇਹ ਗੱਲ ਹੁਣ ਨਿਕਲ ਕੇ ਜਿਹੜੀ ਹੈ ਦਿੱਲੀ ਜਾ ਪਹੁੰਚੀ ਹੈ। ਯੂਪੀ ਦੇ ਵਿੱਚ ਵੀ ਤਿਆਰੀ ਹੈ, 100 ਕਿੰਨੇ ਜ਼ਿਲ੍ਹਿਆਂ 'ਚ ਅਲਰਟ ਦੇ ਦਿੱਤਾ ਗਿਆ ਕਿ ਇਹ ਮੁਸ਼ਕਲ ਹੋ ਸਕਦੀ ਹੈ ਜੀ। ਔਰ ਅੱਜ ਜਿਹੜਾ ਹੈ ਦਿੱਲੀ ਦੇ ਵਿੱਚ ਜਦੋਂ ਵਿਸ਼ਵ ਹਿੰਦੂ ਪ੍ਰੀਸ਼ਦ ਔਰ ਬਜਰੰਗ ਦਲ ਨੇ ਇੱਕ ਵੱਡੀ ਰੈਲੀ ਕਾਲ ਕੀਤੀ, ਇਹਦੇ ਉੱਤੇ ਵੀ ਇਹ ਸਾਡੀ ਯਾਤਰਾ ਤੇ ਹਮਲਾ ਹੋਇਆ ਜੀ, ਤੇ ਉਹਨਾਂ ਨੂੰ ਇਹ ਸ਼ੰਕਾ ਜਿਹੜੀ ਉਹਦੇ ਤੋਂ ਲੈ ਕੇ ਜਿਹੜਾ ਇਸਲਾਮਿਕ ਭਾਈਚਾਰਾ ਉਹਨਾਂ ਨੂੰ ਸ਼ੰਕਾ ਹੋਈ, ਔਰ ਇੱਕ ਮੁਸਲਿਮ ਕਮਿਊਨਿਟੀ ਜਿਹੜੀ ਹੈਗੀ ਉਹ ਸੰਸਥਾ ਦੇ ਰੂਪ ਸੁਪਰੀਮ ਕੋਰਟ ਚਲੀ ਗਈ ਹੈ। ਉਹਨੇ ਕਿਹਾ ਜੀ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਜਿਹੜੀ ਇੱਥੇ ਦੀ ਯਾਤਰਾ ਹੈ ਜਿਹੜੀ ਦਿੱਲੀ 'ਚ ਕੱਢ ਰਹੇ ਆ ਉੱਤੇ ਰੋਕ ਲਾਈ ਜਾਵੇ। ਉਹਨੇ 37 ਕਿ 27 ਜਿਹੜੀਆਂ ਉਹ ਯਾਤਰਾਵਾਂ ਜਿਹੜੀਆਂ ਮੀਟਿੰਗਸ ਉੱਤੇ ਪਲਾਨ ਕੀਤੀਆਂ, ਉਹ ਯੂਪੀ 'ਚ ਜਾ ਪਹੁੰਚੀ ਗੱਲ ਹੈ। ਤੇ ਜਦੋਂ ਇਹ ਘਟਨਾ ਫਿਰ ਇਦਾਂ ਵਿਸਤ੍ਰਿਤ ਫੈਲਦੀ, ਜਦੋਂ ਪੋਲੀਟੀਕਲ ਲੋਕ ਜਾਂ ਜਿਹੜੇ ਸੋ ਕਾਲਡ ਸੋਸ਼ਲ ਲੋਕ ਇਦਾਂ ਇਹਨੂੰ ਫੈਲਾਉਂਦੇ ਆ, ਤਾਂ ਫਿਰ ਜਿਹੜਾ ਇੱਕ ਨਿਊਟਰਲ ਆਦਮੀ ਜਿਹੜਾ ਧਰਮ ਤੁਹਾਨੂੰ ਮੰਨਦਾ, ਜਿਹੜੀ ਵੱਡੀ ਤਾਦਾਦ ਹੈ ਸਾਡੇ ਦੇਸ਼ ਦੀ, ਫਿਰ ਉਹਦੇ ਮਾਈਂਡ 'ਚ ਆਉਂਦਾ ਕਿ ਕਿਤੇ ਨਾ ਕਿਤੇ ਪੋਲਰਾਈਜੇਸ਼ਨ ਦਾ ਖੇਲ ਹੋ ਰਿਹਾ ਹੈ। ਔਰ ਮੈਨੂੰ ਲੱਗਦਾ ਕਿ ਸ਼ਾਇਦ ਇਹਦੇ ਤੇ 2024 ਦਾ ਪ੍ਰਭਾਵ ਜ਼ਰੂਰ ਹੈਗਾ ਜੀ, ਬਾਕੀ ਤਾਂ ਲੋਕਾਂ ਨੂੰ ਪਤਾ ਹੁੰਦਾ ਸਾਰਾ ਕੁਝ। ਸਰ ਕੀ ਲੱਗਦਾ ਹੈ ਹਰਿਆਣਾ 'ਚ ਜਿਹੜੀ ਹਿੰਸਾ ਹੋਈ ਹੈ ਉਹਦੇ 'ਚ ਸਰਕਾਰ ਤੇ ਖੁਫੀਆ ਏਜੰਸੀਆਂ ਦਾ ਫੇਲੀਅਰ ਰਿਹਾ ਹੈ? ਦੇਖੋ, ਇਹ ਬਹੁਤ ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਹੈ ਕਿ ਅਕਸਰ ਕੀ ਹੁੰਦਾ ਕਿ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਵਾਪਰੀਆਂ ਜੀ, ਪੰਜਾਬ 'ਚ ਵੀ ਪਿੱਛੇ ਵਾਪਰਦੀਆਂ ਰਹੀਆਂ ਜੀ, ਜਿਹਨੂੰ ਕਿਸੇ ਨੇ ਕਿਹਾ ਏਜੰਸੀਆਂ ਦਾ ਖੇਲ ਹੈ, ਕਿਸੇ ਨੇ ਕਿਹਾ ਖਾਲਿਸਤਾਨ ਨਾਲ ਜੁੜੀ ਚੀਜ਼ ਹੈ, ਤਾਂ ਕਈ ਗੱਲਾਂ ਹੋਈਆਂ। ਓਵਰਆਲ ਗੱਲ ਇਹ ਆਉਂਦੀ ਹੈ ਕਿ ਜਦੋਂ ਅਸੀਂ ਕਿੰਨੀ ਵੱਡੀ ਡੈਮੋਕ੍ਰੇਸੀ ਹੈ, ਅਸੀਂ ਕਹਿੰਦੇ ਹਾਂ ਕਿ ਅਸੀਂ ਦੁਨੀਆ ਦੀ 5ਵੀਂ ਵੱਡੀ ਸਾਮਰਿਕ ਤਾਕਤ ਹੈਗੇ ਜੀ, ਸਾਡੀ ਏਡੀ ਫੌਜੀ ਸਾਡੀ ਉਹ ਤਾਕਤ ਹੈ, ਸਾਡੇ ਕੋਲ ਇੰਟੈਲੀਜੈਂਸ ਹੀ ਇੰਨਾ ਹੈਗਾ, ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਵੀ ਆ ਗਏ ਹਾਂ, ਸਾਡੇ ਕਿੰਨੇ ਲੋਕਾਂ ਰੌਲਾ ਪਾਉਂਦਾ ਕਿ ਫੋਨ ਰਿਕਾਰਡ ਹੋ ਜਾਂਦੇ, ਕਿੰਨਾ ਕੁਝ ਹੈ, ਇੱਥੇ ਵੀ ਚਰਚਾਵਾਂ ਚੱਲੀਆਂ। ਬਿਲਕੁਲ। ਤਾਂ ਐਸੀ ਪ੍ਰਸਥਿਤੀ ਦੇ ਵਿੱਚ ਇਹ ਸਵਾਲ ਖੜਾ ਹੋਣਾ ਤਾਂ ਬਟ ਨੈਚੁਰਲ ਹੈ ਜੀ ਕਿ ਸਾਡੀਆਂ ਜਿਹੜੀਆਂ ਸੂਈਆਂ ਏਜੰਸੀਆਂ ਨੇ, ਜਿਹੜੀਆਂ ਸਾਡੀਆਂ ਜਿਹੜੇ ਸਾਡੇ ਜਿਨ੍ਹਾਂ ਦੀ ਡਿਊਟੀ ਹੈ ਕਿ ਉਹ ਘਟਨਾ ਵਾਪਰਨ ਤੋਂ ਪਹਿਲਾਂ ਜਾਣਕਾਰੀ ਲੈਣ, ਫਿਰ ਉਹ ਕਮਿਊਨੀਕੇਟ ਕਰਨ ਤੇ ਲਾਅ ਐਂਡ ਆਰਡਰ ਉਹਨੂੰ ਮੇਨਟੇਨ ਕਰ ਲੈਣ, ਉਹਨੂੰ ਬਚਾ ਲੈਣ। ਬਿਲਕੁਲ। ਇਹ ਅਗਰ ਫੇਲਿਅਰ
ਸ਼ਬਦ ਕਿਉਂ ਪੈਦਾ ਹੁੰਦਾ ਹੈ? ਕਿਉਂਕਿ ਕਿਤੇ ਨਾ ਕਿਤੇ ਫਿਰ ਜਿਹੜੀ ਕਮਿਊਨੀਕੇਸ਼ਨ ਗੈਪ ਹੋਏਗਾ ਜਾਂ ਫਿਰ ਕੋਆਰਡੀਨੇਸ਼ਨ ਨਹੀਂ ਹੋਏਗੀ। ਅਗਰ ਕਮਿਊਨੀਕੇਸ਼ਨ ਗੈਪ ਨਹੀਂ ਹੋਏਗਾ ਤਾਂ ਕੋਆਰਡੀਨੇਸ਼ਨ ਨਹੀਂ ਹੋਏਗੀ। ਸੋ ਇਸ ਦਾਇਰੇ ਵਿੱਚ ਜਦੋਂ ਮੈਂ ਸ਼ੁਰੂ ਚ ਕਿਹਾ ਸੀ ਕਿ ਜਿਸ ਵੇਲੇ ਜਿਨ੍ਹਾਂ ਦੀ ਜਵਾਬਦੇਹੀ ਹੈ, ਜਿੱਦਾਂ ਅਸੀਂ ਡੀਜੀਪੀ ਦੀ ਗੱਲ ਕੀਤੀ ਕਿ ਸੁਪਰੀਮ ਕੋਰਟ ਨੇ ਇਸ ਕਰਕੇ ਬੁਲਾਇਆ ਵੀ ਤੁਹਾਡੀ ਜਵਾਬਦੇਹੀ ਹੈ, ਵੀ 2.5 ਮਹੀਨੇ ਹੋ ਗਏ ਉੱਥੇ ਤਾਂ ਲੋਕੀ ਲੜ ਮਰੀ ਜਾਂਦੇ, ਤੁਸੀਂ ਕੀ ਕਰਦੇ ਪਏ ਜੇ? ਬਿਲਕੁਲ। ਇਸੇ ਤਰ੍ਹਾਂ ਭਾਵੇਂ ਇਹ ਗੱਲ ਨਾ ਹੋਵੇ ਕਿ ਉਹ ਫੇਲਿਅਰ ਨਹੀਂ ਹੈ, ਪਰ ਜਵਾਬਦੇਹੀ ਜਦੋਂ ਤੈਅ ਹੁੰਦੀ ਉਹਨਾਂ ਏਜੰਸੀਆਂ ਦੀ ਜਵਾਬਦੇਹੀ ਹੈ, ਤੇ ਜਦੋਂ ਉਹ ਜਵਾਬਦੇਹੀ 'ਚ ਫੇਲ ਹੁੰਦੇ ਨੇ, ਉਹ ਦੱਸ ਨਹੀਂ ਪਾਉਂਦੇ, ਦੈਟ ਮੀਨ ਕਿ ਉਹ ਫੇਲਿਅਰ ਹੈ। ਬਿਲਕੁਲ। ਸਮਾਂ ਇਜਾਜ਼ਤ ਨਹੀਂ ਦਿੰਦਾ ਸਰ, ਨਹੀਂ ਤਾਂ ਇਸ ਮੁੱਦੇ ਤੇ ਹੋਰ ਬਹੁਤ ਚਰਚਾਵਾਂ ਕਰਨੀਆਂ ਬਾਕੀ ਨੇ, ਬਟ ਆਖਰੀ ਸਵਾਲ ਇੱਥੇ ਚਰਚਾ ਖਤਮ ਕਰਾਂਗੇ ਆਪਾਂ ਕਿ ਜਿਹੜੀ 2024 ਦੀਆਂ ਲੋਕ ਸਭਾ ਚੋਣਾਂ ਆਉਣੀਆਂ ਨੇ ਹੁਣ ਅੱਗੇ, ਰਾਈਟ ਸਰ, ਕਿ ਚੋਣਾਂ ਦੇ ਕੋਈ ਮੰਤਵ ਸਾਧਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਉਹਨੂੰ ਸ਼ੰਕਾਵਾਂ ਦੇ ਦਾਇਰੇ 'ਚ ਲਿਆ ਜਾ ਸਕਦਾ ਹੈ, ਕਿਉਂਕਿ ਮੈਂ ਜ਼ਿਕਰ ਕੀਤਾ ਜਿਹੜਾ, ਕਿਉਂਕਿ ਅਸੀਂ ਵੀ ਇੱਕ ਡੈਮੋਕ੍ਰੈਟਿਕ ਐਸੇ ਮੰਚ ਤੇ ਬੈਠੇ ਹਾਂ, ਦੇਸ਼ ਦੀ ਐਸੀ ਕਨਸਟੀਟਿਊਸ਼ਨਲ ਜਿਹੜੀ ਫਿਜ਼ਾ ਦੇ ਵਿੱਚ ਅਸੀਂ ਪ੍ਰੋਗਰਾਮ ਵੀ ਕਰ ਰਹੇ ਹਾਂ। ਅਸੀਂ ਸਿੱਧੇ ਤੌਰ ਤੇ ਤੈਨੂੰ ਨਹੀਂ ਕਹਿ ਸਕਦੇ ਵੀ ਸਾਧਨ ਦੀ ਜਿਹੜੀ ਹੈ ਉਹਨਾਂ ਦੀ ਕੋਸ਼ਿਸ਼ ਹੋਏਗੀ, ਪਰ ਮੈਂ ਜਿੱਦਾਂ ਕਿਹਾ ਕਿ ਸਾਡੀ ਪਿਛਲੀ ਜਿਹੜੀ ਕੋਈ ਹਿਸਟਰੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਪੋਲਰਾਈਜੇਸ਼ਨ ਦੀ ਗੱਲ ਖੁੱਲ੍ਹ ਕੇ ਆਉਂਦੀ ਹੈ। ਜਾਤਾਂ ਦੇ ਨਾਂ ਤੇ ਪੋਲਰਾਈਜੇਸ਼ਨ ਹੋ ਰਹੀ ਹੈ, ਪਿਛਲੇ 10 ਸਾਲਾਂ 'ਚ ਧਰਮ ਦੇ ਨਾਂ ਤੇ ਬਹੁਤ ਕੁਝ ਹੋ ਗਿਆ। ਬਿਲਕੁਲ। ਹਾਲੇ ਕਿ ਉੱਤਰ ਪ੍ਰਦੇਸ਼ ਜਿੱਥੇ ਲਗਾਤਾਰ ਪਹਿਲਾਂ ਦੰਗੇ ਹੁੰਦੇ ਸੀ, ਉੱਥੇ ਇਸ ਕੀ ਦੱਸਦੇ ਕਿ ਇੰਨੇ ਲੰਬੇ ਸਮੇਂ 'ਚ ਇੱਕ ਦੰਗਾ ਹੋਇਆ, ਉਹਦੀ ਵਜ੍ਹਾ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ? ਲੋਕ ਡਰੇ ਹੋਏ ਆ ਕਿ ਲੋਕ ਸਹਿਮੇ ਹੋਏ ਆ ਕਿ ਲੋਕ ਸੱਚਮੁੱਚ ਸੁਧਰ ਗਏ? ਇਹ ਇੱਕ ਅਲੱਗ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ। ਪਰ ਸਾਡੀ ਜਿਹੜੀ ਪੋਲੀਟੀਕਲ ਹਿਸਟਰੀ ਹੈ ਉਹ ਇਸ ਗੱਲ ਦਾ ਲਗਾਤਾਰ, ਸਾਡੇ ਪੰਜਾਬ 'ਚ ਵਿਧਾਨ ਸਭਾ ਦੇ ਇਲੈਕਸ਼ਨ ਹੋਏ, ਸਾਡੇ ਦੱਬ ਕੇ ਜਿਹੜੀ ਕਾਸਟ ਪੋਲਰਾਈਜੇਸ਼ਨ ਦਾ ਖੇਲ ਹੋਇਆ। ਸੋ ਮੈਨੂੰ ਲੱਗਦਾ ਕਿ ਇਹ, ਜੇ ਮੈਂ ਆਪਣੇ ਨਿੱਜੀ ਤੌਰ ਤੇ ਦੱਸਾਂ, ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਪੋਲੀਟੀਕਲ ਦਲ ਜਿਹੜੇ ਰਾਜਨੀਤਿਕ ਸਿਆਸੀ ਦਲ ਨੇ ਜਿਹੜੇ, ਉਹਨਾਂ ਦੀ ਇਹ ਪੋਲਰਾਈਜੇਸ਼ਨ ਸਿਆਸੀ ਜ਼ਰੂਰਤ ਬਣ ਗਈ ਹੈ, ਕਿਉਂਕਿ ਉਹਨਾਂ ਕੋਲ ਜੋ ਵਾਅਦੇ ਕਰਕੇ ਆਉਂਦੇ ਆ, ਜੋ ਗੱਲਾਂ ਕਰਕੇ ਆਉਂਦੇ ਆ, ਉਹ ਥੱਲੇ ਤੱਕ ਡਿਲੀਵਰ ਨਹੀਂ ਹੁੰਦਾ। ਰੀਸੈਂਟਲੀ ਜਿੱਦਾਂ ਹੁਣ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਕਿ ਜਿਹੜਾ ਮੈਂ ਅਗਲੀ ਟਰਮ ਮੇਰੀ ਹੈ ਤੇ ਮੈਂ ਤੀਸਰੀ ਜਿਹੜੀ ਇਕਨੋਮੀ ਦੀ ਜਿਹੜੀ ਤਾਕਤ ਹੈ ਦੁਨੀਆ ਦੀ, ਦੇਸ਼ ਹਿੰਦੁਸਤਾਨ ਜਾਂ ਭਾਰਤ ਬਣਨ ਜਾ ਰਿਹਾ ਜਾਂ ਇੰਡੀਆ ਬਣਨ ਜਾ ਰਿਹਾ। ਪਰ ਗੱਲ ਇਹ ਹੈ ਕਿ ਜਿਹੜੀ ਉਹ ਇਕਨੋਮੀ ਹੈ ਤੀਸਰੀ, ਉਹਦਾ ਲਾਭ ਕਿਹਨੂੰ ਹੋ ਰਿਹਾ? ਕੁਝ ਪਰਿਵਾਰਾਂ ਨੂੰ ਹੋ ਰਿਹਾ ਕਿ ਦੇਸ਼ ਦੇ ਆਖਰੀ ਬੰਦੇ ਨੂੰ? ਮੈਂ ਇਹੀ ਪੁੱਛਣ ਵਾਲੀ ਸੀ ਕਿ ਇਹਦਾ ਲਾਭ ਆਖਿਰ ਕਿਹਨੂੰ ਹੋ ਰਿਹਾ? ਦੇਸ਼ ਦੇ ਆਖਰੀ ਬੰਦੇ ਨੂੰ ਹੋ ਰਿਹਾ। ਤੇ ਫਿਰ ਜੇ ਉਹ ਦੇਸ਼ ਦੇ ਆਖਰੀ ਬੰਦੇ ਨੂੰ ਹੋ ਰਿਹਾ ਹੁੰਦਾ ਤਾਂ ਫਿਰ ਸ਼ਾਇਦ ਪੋਲਰਾਈਜੇਸ਼ਨ ਦੀ ਲੋੜ ਨਾ ਪੈਂਦੀ। ਇਸ ਕਰਕੇ ਲੋਕਾਂ ਨੂੰ ਧਰਮ ਦੇ ਨਾਂ ਤੇ, ਜਾਤੀ ਦੇ ਨਾਂ ਤੇ, ਮੰਦਿਰ ਦੇ ਨਾਂ ਤੇ, ਮਸਜਿਦ ਦੇ ਨਾਂ ਤੇ, ਗੁਰਦੁਆਰੇ ਦੇ ਨਾਂ ਤੇ, ਹੋਰ ਜਿਹੜੇ ਵੀ ਸਾਡੇ ਜਿਹੜੇ ਪੂਜਾ ਸਥਲ ਨੇ, ਉਹਨਾਂ ਦੇ ਨਾਂ ਦੇ ਉੱਤੇ ਪੋਲਰਾਈਜੇਸ਼ਨ ਕਰਨ ਦੀ ਕੋਸ਼ਿਸ਼ ਸਾਡੇ ਮੁਲਕ 'ਚ ਹੁੰਦੀ ਆਈ ਹੈ, ਹੁਣ ਵੀ ਹੋ ਰਹੀ ਹੈ। ਤੇ ਤੁਸੀਂ ਕਿਉਂਕਿ ਕਿਹਾ ਪ੍ਰੋਗਰਾਮ ਖਤਮ ਕਰਨਾ, ਅਸੀਂ ਤੇ ਰੱਬ ਨੂੰ ਇਹ ਅਰਦਾਸ ਕਰਾਂਗੇ ਕਿ ਇਹ ਚੀਜ਼ਾਂ ਖਤਮ ਹੋਣ ਸਾਡੇ ਮੁਲਕ 'ਚ, ਤੇ ਸਾਡਾ ਸੋਹਣਾ ਡੈਮੋਕ੍ਰੇਸੀ ਜਿਹੜੀ ਕਹਿੰਦੇ ਰਿਚੈਸਟ ਡੈਮੋਕ੍ਰੇਸੀ ਹੈ ਦੁਨੀਆ ਦੀ, ਉਹ ਸੱਚਮੁੱਚ ਰਿਚੈਸਟ ਹੋਵੇ, ਉਹ ਦੁਨੀਆ ਨੂੰ ਦਿਖੇ। ਸੋ ਮਣੀਪੁਰ ਦੀ ਘਟਨਾ ਨੇ ਸਾਨੂੰ ਸਾਰਿਆਂ ਨੂੰ ਸ਼ਰਮਸਾਰ ਕੀਤਾ ਹੈ। ਇਸ ਘਟਨਾ ਨੇ ਇਹ ਵੀ ਦੱਸਿਆ ਹੈ ਕਿ ਔਰਤਾਂ ਕਿੰਨੀਆਂ ਸੁਰੱਖਿਅਤ ਹਨ। ਨਿਰਭਇਆ ਮਾਮਲੇ ਤੋਂ ਅੱਗੇ ਇਹ ਮਾਮਲਾ ਉਹ ਕਲੰਕ ਬਣ ਕੇ ਦਿਖਾਈ ਦੇ ਰਿਹਾ ਹੈ ਜੋ ਲੰਬੇ ਸਮੇਂ ਤੱਕ ਸਾਨੂੰ ਸ਼ਰਮਿੰਦਾ ਕਰਦਾ ਰਹੇਗਾ। ਪਰ ਸਵਾਲ ਇਹ ਹੈ ਕਿ ਸਾਡੇ ਸਿਸਟਮ ਅਤੇ ਸਾਡੀਆਂ ਸਰਕਾਰਾਂ ਨੂੰ ਆਪਣੇ ਨਿੱਜੀ ਮੁਫਾਦਾਂ ਨਾਲ ਸਰੋਕਾਰ ਹੈ। ਸ਼ਾਇਦ ਇਹੋ ਵਜ੍ਹਾ ਹੈ ਕਿ ਇਸੇ ਤਰ੍ਹਾਂ ਦੀਆਂ ਘਟਨਾਵਾਂ ਦੀ ਸ਼ਾਂਤੀ ਦੂਤ ਜੀ ਨੇ ਇਸ ਸਾਰੇ ਮਾਮਲੇ ਤੇ ਬਹੁਤ ਬੇਬਾਕ ਰਾਏ ਰੱਖੀ ਹੈ ਅਤੇ ਆਸ ਕਰਦੇ ਹਾਂ ਕਿ ਇਸ ਸਮਾਜ ਨੂੰ ਸਿਸਟਮ ਤੋਂ ਇਹ ਸਵਾਲ ਜ਼ਰੂਰ ਕਰਨਾ ਚਾਹੀਦਾ ਹੈ ਕਿ ਇਹਨਾਂ ਹਾਲਾਤਾਂ ਦੀ ਜ਼ਿੰਮੇਵਾਰੀ ਕਿਸ ਦੀ ਹੈ, ਔਰਤਾਂ ਦੀ ਸੁਰੱਖਿਆ ਕਿੱਥੇ ਸਟੈਂਡ ਕਰਦੀ ਹੈ। ਤੁਹਾਨੂੰ ਇਹ ਪ੍ਰੋਗਰਾਮ ਕਿਵੇਂ ਲੱਗਿਆ? ਆਪਣੀ ਰਾਏ ਦੇਣ ਲਈ ਸਾਨੂੰ ਸਾਡੀ ਈਮੇਲ ਆਈਡੀ ਸੋਸ਼ਲ ਮੀਡੀਆ @starcanada.tv.com ਤੇ ਲਿਖ ਕੇ ਭੇਜੋ। ਹੋਰ ਪ੍ਰੋਗਰਾਮਾਂ ਤੇ ਜਾਣਕਾਰੀ ਲਈ ਜੁੜੇ ਰਹੋ ਸਟਾਰ ਕੈਨੇਡਾ ਟੀਵੀ ਦੇ ਨਾਲ। ਵਤਨੋਂ ਦੂਰ ਦਿਲ ਦੇ ਨੇੜੇ। ਤੇ ਹੁਣ ਮੈਨੂੰ ਯਾਨੀ ਕਿ ਚਰਨਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਧੰਨਵਾਦ। ਰੱਬ ਰਾਖਾ।